BSc ਸਮੈਸਟਰ 3 ਪੰਜਾਬੀ ਕੰਪਲਸਰੀ। ਨਾਵਲ ਹੈ ਖੇਤਾਂ ਦਾ ਰੁਦਨ। ਖੇਤਾਂ ਦਾ ਰੁਦਨ ਨਾਵਲ ਦਾ ਸਾਰ ਲਿਖੋ ਜਾਂ ਖੇਤਾਂ ਦਾ ਰੁਦਨ ਨਾਵਲ ਦੀ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖੋ। ਰਵੀ ਆਪਣੇ ਪਿੰਡ ਤੋਂ +2, ਮੁਕੇਰੀਆ ਤੋਂ BA ਅਤੇ ਪਟਿਆਲੇ ਤੋਂ ਪੰਜਾਬੀ ਦੀ MA ਕਰਕੇ ਜਨਤਾ ਕਾਲਜ ਜਲੰਧਰ ਵਿੱਚ ਪੰਜਾਬੀ ਦਾ ਐਡਹੌਕ ਲੈਕਚਰਰ ਲੱਗਾ ਹੋਇਆ ਸੀ। ਇੱਥੇ ਉਸਦੀ 3 ਸਾਲ ਪਹਿਲਾਂ ਆਪਣੇ ਵਿਭਾਗ ਵਿੱਚ ਐਡਹੌਕ ਨਿਯੁਕਤ ਹੋਈ ਅਤੇ ਨਾਲ ਖੂਬਸੂਰਤ ਕੁੜੀ ਮਾਲਤੀ ਸ਼ਰਮਾ ਨਾਲ ਦੋਸਤੀ ਹੋ ਗਈ ਸੀ, ਜੋ ਉਸਦੇ ਕਮਰੇ ਵਿੱਚ ਆਉਂਦੀ ਰਹਿੰਦੀ ਸੀ ਅਤੇ ਕਈ ਵਾਰੀ ਰਾਤ ਵੀ ਰਹਿ ਜਾਂਦੀ ਸੀ। ਉਹ ਇਕੱਠੇ ਚਾਹ, ਕੌਫੀ ਜਾਂ ਵਿਸਕੀ ਪੀਂਦੇ, ਪਿਆਰ ਕਰਦੇ ਅਤੇ ਹਮਬਿਸਤਰ ਵੀ ਹੁੰਦੇ। ਮਾਲਤੀ ਸੁਲਤਾਨਪੁਰ ਦੀ ਰਹਿਣ ਵਾਲੀ ਸੀ ਅਤੇ ਹੁਣ JP ਨਗਰ ਵਿੱਚ ਰਹਿੰਦੀ ਸੀ। ਉਹ ਪ੍ਰੋਫੈਸਰ ਇੰਦਰਜੀਤ ਵਿਰਕ ਦੀ ਦੇਖਰੇਖ ਹੇਠ PhD ਕਰ ਰਹੀ ਸੀ। ਪ੍ਰੋਫੈਸਰ ਵਿਰਕ ਨੇ ਹੀ ਉਸਨੂੰ ਵਿਚਾਰ ਵਟਾਂਦਰਾ ਕਰਨ ਲਈ ਰਵੀ ਦਾ ਨਾਂ ਸੁਝਾਇਆ ਸੀ, ਜੋ ਕਿ ਕਿਤਾਬਾਂ ਪੜ੍ਹਨ ਵਿੱਚ ਰੁਚੀ ਰੱਖਣ ਵਾਲਾ ਅਤੇ ਸੋਚ ਵਿਚਾਰ ਕਰਨ ਵਾਲਾ ਬੁੱਧੀਜੀਵ ਸੀ ਅਤੇ ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਕਿਸਾਨ ਆਤਮ ਹੱਤਿਆਵਾਂ ਬਾਰੇ ਕਿਤਾਬ ਲਿਖ ਰਿਹਾ ਸੀ। ਇਮਤਿਹਾਨ ਨੇੜੇ ਆਉਣ ਸਮੇਂ ਕਲਾਸਾਂ ਲੱਗਣੀਆਂ ਬੰਦ ਹੋਣ ਕਰਕੇ ਰਵੀ ਸਮੇਤ ਸਾਰੇ ਐਡਹੌਕ ਲੈਕਚਰਾਰਾਂ ਦੀ ਨੌਕਰੀ ਖਤਮ ਹੋ ਜਾਂਦੀ ਸੀ ਅਤੇ ਅੱਗੋਂ ਉਹਨਾਂ ਦਾ ਭਵਿੱਖ ਬਿਨਾਂ ਤਨਖਾਹ ਅਤੇ ਅਨਿਸ਼ਚਿਤ ਸੀ। ਰਵੀ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਸਨ, ਕਿਉਂਕਿ 6 ਕੁ ਮਹੀਨੇ ਪਹਿਲਾਂ ਇੱਕ ਤਾਂ ਉਸਦੀ ਪੜ੍ਹਾਈ ਤੋਂ ਵੱਡੀਆਂ ਆਸਾਂ ਰੱਖਣ ਵਾਲੇ ਉਸਦੇ ਬਾਪ ਨੂੰ ਉਸਦੀ ਥੋੜ੍ਹੀ ਤਨਖਾਹ ਤੋਂ ਨਿਰਾਸ਼ਤਾ ਹੋਈ ਸੀ ਅਤੇ ਦੂਜਾ ਉਸਨੇ ਰਵੀ ਦੁਆਰਾ ਉਸਦੀ ਮਰਜ਼ੀ ਅਨੁਸਾਰ ਖਾਨਪੁਰੀਏ ਦੌਲਤੀ ਹੋਰਾਂ ਦੇ ਮੰਨੇ ਧੰਨੇ ਘਰ ਤੋਂ ਆਏ ਰਿਸ਼ਤੇ ਨੂੰ ਮਨਜ਼ੂਰ ਨਾ ਕਰਨ ਕਰਕੇ ਆਪਣੀ ਆਹ 'ਤੇ ਸੱਟ ਵੱਜਦੀ ਅਨੁਭਵ ਕੀਤੀ ਸੀ ਅਤੇ ਗੁੱਸੇ ਵਿੱਚ ਉਸਨੂੰ ਘਰੋਂ ਨਿਕਲ ਜਾਣ ਲਈ ਕਿਹਾ ਸੀ। ਅਤੇ ਫਿਰ 5-6 ਦਿਨਾਂ ਮਗਰੋਂ ਅਖਬਾਰ ਵਿੱਚ ਉਸਦੀ ਬੇਦਖਲੀ ਦਾ ਨੋਟਿਸ ਕਢਾ ਦਿੱਤਾ ਸੀ। ਇਸ ਗੱਲ ਨੇ ਰਵੀ ਨੂੰ ਬਹੁਤ ਬੇਚੈਨ ਕੀਤਾ ਸੀ, ਕਿਉਂਕਿ ਅਨਿਸ਼ਚਿਤ ਰੁਜ਼ਗਾਰ ਕਾਰਨ ਜਾਇਦਾਦ ਉਸਦਾ ਬਹੁਤ ਵੱਡਾ ਸਹਾਰਾ ਸੀ ਅਤੇ ਉਸਨੇ ਨਵੇਂ ਆਰਥਿਕ ਵਰਤਾਰੇ ਅਤੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਸੰਬੰਧੀ ਪੁਸਤਕ ਲਿਖਣ ਸਮੇਤ ਹੋਰ ਬਹੁਤ ਸਾਰੇ ਕੰਮ ਕਰਨ ਦੀ ਜੁਰਅਤ ਇਸੇ ਸਹਾਰੇ ਹੀ ਕੀਤੀ ਸੀ। ਰਵੀ ਦੁਆਰਾ ਬਾਪ ਦੀ ਇੱਛਾ ਅਨੁਸਾਰ ਰਿਸ਼ਤਾ ਨਾ ਕਰਨ ਦਾ ਕਾਰਨ ਉਸਦੇ ਮਨ ਵਿੱਚ ਮਾਲਤੀ ਦਾ ਵਸਿਆ ਹੋਣਾ ਵੀ ਸੀ। ਬੇਸ਼ੱਕ ਦੋਹਾਂ ਵਿਚਕਾਰ ਵਿਆਹ ਦੀ ਗੱਲ ਤਾਂ ਕਦੇ ਨਹੀਂ ਸੀ ਚੱਲੀ, ਪਰ ਉਸਨੂੰ ਜਾਪਦਾ ਸੀ ਕਿ ਗੱਲ ਸਿਰੇ ਲੱਗੀ ਹੀ ਹੋਈ ਹੈ। ਬਾਪ ਦਾ ਬੇਦਖਲੀ ਨੋਟਿਸ ਆਉਣ ਮਗਰੋਂ ਉਹ ਉਸ ਨਾਲ ਵਿਆਹ ਦੀ ਗੱਲ ਨਾ ਕਰ ਸਕਿਆ। ਉਹ ਜਾਣਦਾ ਸੀ ਕਿ ਬੇਦਖਲੀ ਪਿੱਛੋਂ ਉਸਦੀ ਭਰਜਾਈ ਦੀ ਜ਼ਮੀਨ ਹਥਿਆਉਣ ਦੀ ਸਾਜ਼ਿਸ਼ ਸੀ, ਜਿਸ ਨਾਲ ਉਸਦੇ ਬਾਪ ਨੇ ਨਾਜਾਇਜ਼ ਸਬੰਧ ਕਾਇਮ ਕਰ ਰੱਖੇ ਸਨ। ਮਾਨਸਾ ਦੇ ਭਿੱਖੀ ਬਲਾਕ ਦੇ ਪਿੰਡ ਬੁਲਾਰਪੁਰ ਸਮੇਤ 6 ਪਿੰਡਾਂ ਦੇ 6 ਕਿਸਾਨਾਂ ਦੀਆਂ ਆਤਮ ਹੱਤਿਆਵਾਂ ਸੰਬੰਧੀ ਅਖਬਾਰ ਵਿੱਚ ਰਿਪੋਰਟ ਪੜ੍ਹ ਕੇ ਰਵੀ ਨੇ ਸੰਬੰਧਿਤ ਪੱਤਰਕਾਰ ਨਾਲ ਸੰਬੰਧ ਸਥਾਪਿਤ ਕਰਕੇ ਇਹਨਾਂ ਪਰਿਵਾਰਾਂ ਨਾਲ ਮੁਲਾਕਾਤ ਕਰਨ ਮਗਰੋਂ ਅਖਬਾਰ ਵਿੱਚ ਆਤਮ ਹੱਤਿਆਵਾਂ ਤਰਾਸਦੀ ਨਹੀਂ, ਇੱਕ ਮਹਾਂ ਤਰਾਸਦੀ ਦਾ ਲੱਛਣ ਸਿਰਲੇਖ ਹੇਠ ਇੱਕ ਲੰਮਾ ਲੇਖ ਲਿਖਿਆ ਸੀ, ਜਿਸਨੂੰ ਕਾਲਜ ਵਿੱਚ ਉਸਦੇ ਵਿਭਾਗ ਦੇ ਮੁਖੀ ਪ੍ਰੋਫੈਸਰ ਹਰੀ ਸਿੰਘ ਉੱਪਲ ਨੇ ਪਸੰਦ ਨਹੀਂ ਸੀ ਕੀਤਾ। ਇੱਕ ਦਿਨ ਅਹਾਤੇ ਵਿੱਚ ਜਦੋਂ ਰਵੀ, ਸ਼ਿਵ, ਸਰਬਜੀਤ ਅਤੇ ਗੌਰਵ ਸ਼ਰਾਬ ਪੀ ਰਹੇ ਸਨ, ਤਾਂ ਰਵੀ ਮਜ਼ਦੂਰ ਆਗੂ ਸ਼ਿਵ ਦੁਆਰਾ ਮਾਰਕਸਵਾਦ ਵਿੱਚੋਂ ਹਵਾਲੇ ਦੇ ਕੇ ਕਹੀਆਂ ਗੁੱਸੇ ਅਤੇ ਜੋਸ਼ ਭਰੀਆਂ ਗੱਲਾਂ ਤੋਂ ਚਿੜ ਗਿਆ। ਅਸਲ ਵਿੱਚ ਆਪਣੀ ਕਿਤਾਬ ਲਈ ਵਿਸ਼ਵੀਕਰਨ ਦਾ ਆਰਥਿਕ ਵਰਤਾਰਾ, ਪੰਜਾਬ ਅਤੇ ਕਿਸਾਨੀ ਵਾਲਾ ਚੈਪਟਰ ਲਿਖਦਿਆਂ ਰਵੀ ਰਿਗਵੇਦ ਤੱਕ ਪਹੁੰਚ ਗਿਆ ਸੀ। ਉਹ ਕਹਿੰਦਾ ਸੀ ਕਿ ਇਹ ਠੀਕ ਹੈ ਕਿ ਮੌਜੂਦਾ ਪ੍ਰਸੰਗ ਵਿੱਚ ਬੇਸ਼ੱਕ ਇਹ 20ਵੀਂ ਸਦੀ ਦਾ ਵਰਤਾਰਾ ਹੈ, ਪਰ ਇਸ ਦੀਆਂ ਜੜ੍ਹਾਂ ਮੁੱਢਲੇ ਕਾਲ ਤੋਂ ਚੱਲੀ ਆ ਰਹੀ ਜਾਇਦਾਦ ਦੀ ਚਾਹਤ ਵਿੱਚ ਹਨ। ਅਸੀਂ ਮੁੱਢਲੇ ਕਬਾਇਲੀ ਗੁਲਾਮਦਾਰੀ, ਜਾਗੀਰਦਾਰੀ, ਸਰਮਾਏਦਾਰੀ ਅਤੇ ਅਜੋਕੇ ਕਾਰਪੋਰੇਟਰੀ ਪੂੰਜੀ ਦੇ ਯੁੱਗ ਨੂੰ ਵੱਖ-ਵੱਖ ਦੌਰਾਂ ਵਿੱਚ ਵੰਡ ਕੇ ਹੀ ਜਾਇਦਾਦ ਦੇ ਅਜੋਕੇ ਸਰੂਪ ਨੂੰ ਸਮਝ ਸਕਦੇ ਹਾਂ ਅਤੇ ਨਾਲ ਹੀ ਇਹ ਕਿ ਇਸ ਨੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਲਈ ਕਿਸ ਤਰ੍ਹਾਂ ਤਬਾਹੀ ਮਚਾਈ ਹੈ। ਧਰਤੀ ਇਸ ਲਈ ਮਾਂ ਨਹੀਂ, ਸਗੋਂ ਪੂੰਜੀ ਪੈਦਾ ਕਰਨ ਦਾ ਯੰਤਰ ਹੈ, ਪਰ ਇਹ ਵੀ ਇਸ ਦਾ ਆਖਰੀ ਰੂਪ ਨਹੀਂ ਕਿਹਾ ਜਾ ਸਕਦਾ। ਭਲਕ ਨੂੰ ਇਹ ਮੁਹਾਨ ਹੋਰ ਵੀ ਹਾਂਬੜੂ ਭਰੇ ਰਾਹ ਤੁਰ ਸਕਦਾ ਹੈ,
ਤੇ ਬਹੁਤ ਸਾਰੀਆਂ ਮਲਟੀਨੈਸ਼ਨਲਾਂ ਦੀ ਥਾਂ 2-4 ਹੀ ਇੰਨਾ ਧੜਵੈਲ ਰੂਪ ਧਾਰ ਲੈਣ ਕਿ ਸਾਰੇ ਸੰਸਾਰ ਦੀ ਆਰਥਿਕਤਾ ਤੇ ਰਾਜਤੰਤਰ ਉਹਨਾਂ ਦੇ ਕਾਬੂ ਵਿੱਚ ਹੋਵੇ। ਪੰਜਾਬ ਦੇ ਇਹ ਬਦਲਦੇ ਰੂਪ ਸੰਸਾਰ ਦੀ ਸੰਰਚਨਾ ਨੂੰ ਵੀ ਨਾਲੋਂ ਨਾਲ ਬਦਲ ਰਹੇ ਹਨ। ਇਸ ਕਰਕੇ ਸੰਸਾਰ ਦੇ ਹੋਰ ਹਿੱਸਿਆਂ ਵਾਂਗ ਪੰਜਾਬ ਦੀ ਖੇਤੀ ਵੀ ਆਪਣਾ ਸਰੂਪ ਬਦਲ ਕੇ ਉਦਯੋਗ ਵਿੱਚ ਬਦਲ ਚੁੱਕੀ ਹੈ, ਜਿਸ ਵਿੱਚ ਪੂੰਜੀ ਤੇ ਤਕਨੀਕ ਦੀ ਸਰਦਾਰੀ ਹੋ ਰਹੀ ਹੈ, ਪਰੰਤੂ ਹੱਥੀਂ ਕਿਰਤ ਦਾ ਮਹੱਤਵ ਬਹੁਤ ਘੱਟ ਹੈ ਜਾਂ ਗੌਣ ਹੈ। ਜਿੰਨਾ ਵੱਡਾ ਜ਼ਮੀਨ ਦਾ ਟੁਕੜਾ ਓਨਾ ਹੀ ਵੱਧ ਮੁਨਾਫਾ ਤੇ ਜਿੰਨਾ ਛੋਟਾ ਟੁਕੜਾ ਓਨਾ ਹੀ ਭਵਿੱਖ ਧੁੰਦਲਾ। ਪੰਜਾਬ ਵਿੱਚ ਕਦੇ ਜਾਗੀਰਦਾਰਾਂ ਤੇ ਵੱਡੇ ਜ਼ਿਮੀਂਦਾਰਾਂ ਦੇ ਕਈ ਮੁਜ਼ਾਹਰੇ ਹੁੰਦੇ ਸਨ, ਪਰ ਅੱਜ ਇਹ ਆਪਣੀਆਂ ਜ਼ਮੀਨਾਂ ਦੇ ਨਾਲ ਛੋਟੇ ਜ਼ਿਮੀਂਦਾਰਾਂ ਦੀਆਂ ਜ਼ਮੀਨਾਂ ਠੇਕੇ ਉੱਤੇ ਲੈ ਕੇ ਵਾਹ ਰਹੇ ਹਨ। ਇਸ ਪ੍ਰਕਾਰ ਖੇਤੀ ਧੰਦੇ ਦਾ ਕਿਰਤ ਸਰੂਪ ਬਦਲ ਚੁੱਕਾ ਹੈ। ਸ਼ਿਵ, ਜੋ ਕਿ ਗਰੀਬ ਦਲਿਤਾਂ ਦਾ ਮੁੰਡਾ ਸੀ ਤੇ ਸ਼ੁਰੂ ਵਿੱਚ ਮੈਰਿਜ ਪੈਲੇਸ ਦੇ ਠੇਕੇਦਾਰ ਨਾਲ ਦਿਹਾੜੀਆਂ ਉੱਤੇ ਜਾ ਕੇ ਝੂਠੀਆਂ ਪਲੇਟਾਂ ਇਕੱਠੀਆਂ ਕਰਦਾ 10ਵੀਂ ਵਿੱਚੋਂ ਫੇਲ ਹੋ ਗਿਆ ਸੀ। ਫਿਰ ਕਬਾੜ ਦੀ ਦੁਕਾਨ 'ਤੇ ਕੰਮ ਕਰਦਿਆਂ ਮੁਜ਼ਾਹਰਾ ਕਰਦੇ ਮਜ਼ਦੂਰਾਂ ਵਿੱਚ ਸ਼ਾਮਿਲ ਹੋਣ ਮਗਰੋਂ ਯੂਨੀਅਨਿਸਟ ਬਣਿਆ ਸੀ ਤੇ ਫਿਰ ਹੈਂਡ ਟੂਲਜ਼ ਫੈਕਟਰੀ ਵਿੱਚ ਤਕੜੀ ਮਜ਼ਦੂਰ ਯੂਨੀਅਨ ਖੜੀ ਕਰਕੇ ਇਕਾਈ ਦਾ ਪ੍ਰਧਾਨ ਬਣਨ ਮਗਰੋਂ ਜ਼ਿਲ੍ਹਾ ਆਗੂਆਂ ਦੇ ਸਵਾਰਥ ਤੇ ਹਿਊਮੇ ਦਾ ਸ਼ਿਕਾਰ ਬਣ ਕੇ ਸਾਰੇ ਅਹੁਦੇ ਗੁਆ ਚੁੱਕਾ ਸੀ। ਰਵੀ ਨਾਲ ਉਸਦੀ ਉਦੋਂ ਜਾਣ ਪਛਾਣ ਹੋਈ ਸੀ ਜਦੋਂ ਉਹ ਛੋਟੇ ਉਦਯੋਗਾਂ ਤੇ ਖਾਸ ਕਰ ਖੇਤੀਬਾੜੀ ਦੇ ਘਰੇਲੂ ਮੰਡੀ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਛੋਟੇ ਉਦਮੀਆਂ ਦੀਆਂ ਇਕਾਈਆਂ ਤੇ ਉਦਾਰੀਕਰਨ ਬਾਰੇ ਸਰਵੇਖਣ ਕਰ ਰਿਹਾ ਸੀ। ਰਵੀ ਤੇ ਸ਼ਿਵ ਦੋਵੇਂ ਕਾਰਖਾਨਿਆਂ ਦੀ ਸਥਿਤੀ ਦੇ ਅਧਿਐਨ ਲਈ 2-3 ਮਹੀਨੇ ਪੁਰਾਣੇ ਕਾਰਖਾਨਿਆਂ, ਬੰਦ ਹੋ ਚੁੱਕੇ ਕਾਰਖਾਨਿਆਂ ਅਤੇ ਨਵੇਂ ਧੰਦੇ ਸ਼ੁਰੂ ਕਰਨ ਵਾਲੇ ਮਾਲਕਾਂ ਨੂੰ ਮਿਲਦੇ ਰਹੇ ਤੇ ਨਾਲ ਹੀ ਕਾਰਖਾਨਿਆਂ ਦੇ ਬੰਦ ਹੋਣ ਦੇ ਕਾਰਨਾਂ ਤੇ ਵਿਹਲੇ ਹੋਏ ਮਜ਼ਦੂਰਾਂ ਦੀ ਹੋਣੀ ਬਾਰੇ ਵੇਰਵੇ ਇਕੱਠੇ ਕਰਦੇ ਰਹੇ। ਸ਼ਿਵ ਕਹਿੰਦਾ ਸੀ ਕਿ ਕਿਸਾਨ ਦੀ ਤੰਗੀ ਦੇ ਨਾਲ ਮਜ਼ਦੂਰ ਦੀ ਭੁੱਖਮਰੀ ਦੀ ਸਮੱਸਿਆ ਵੀ ਹੈ। ਰਵੀ ਸੋਚ ਰਿਹਾ ਸੀ ਕਿ ਇਸ ਦੇ ਨਾਲ ਹੀ ਇਸ ਆਰਥਿਕ ਵਰਤਾਰੇ ਵਿੱਚ ਸਿੱਖਿਆ ਦੇ ਖੇਤਰ ਵਿੱਚ ਵੀ ਹਾਲਤ ਕਿਹੜੀ ਚੰਗੀ ਹੈ। ਉਸਦੇ ਆਪਣੇ ਕਾਲਜ ਵਿੱਚ ਹੀ ਐਡਹੌਕ ਸਟਾਫ ਦੀ ਹਾਲਤ ਉਸਦੇ ਸਾਹਮਣੇ ਸੀ। ਇਸੇ ਤਰ੍ਹਾਂ ਨਵੇਂ ਖੁੱਲ੍ਹ ਰਹੇ ਪ੍ਰੋਫੈਸ਼ਨਲ ਕਾਲਜਾਂ ਦੀਆਂ ਮੈਨੇਜਮੈਂਟਾਂ ਲੁੱਟ ਮਚਾ ਰਹੀਆਂ ਸਨ। ਉਹ ਦੇਖਦਾ ਸੀ ਕਿ ਕਾਲਜਾਂ ਵਿੱਚ ਵੀ ਪ੍ਰੋਫੈਸਰਾਂ ਦੀ ਜਮਾਤੀ ਵੰਡ ਹੋ ਚੁੱਕੀ ਹੈ। ਇੱਕ ਪਾਸੇ ਲੱਖ ਜਾਂ ਇਸ ਤੋਂ ਵਧੇਰੇ ਤਨਖਾਹਾਂ ਲੈਣ ਵਾਲੇ ਹਨ ਤੇ ਦੂਜੇ ਪਾਸੇ 5-6 ਹਜ਼ਾਰ ਤੋਂ ਲੈ ਕੇ 15-16 ਹਜ਼ਾਰ ਤਨਖਾਹਾਂ ਲੈਣ ਵਾਲੇ ਹਨ, ਜੋ ਸਵੇਰੇ 9 ਵਜੇ ਤੋਂ 5 ਵਜੇ ਤੱਕ ਵਿਹਲੇ ਨਹੀਂ ਹੁੰਦੇ ਤੇ ਸੀਨੀਅਰ ਪ੍ਰੋਫੈਸਰਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਰਵੀ ਨੂੰ ਡਾਕਟਰ ਰਾਜ ਕਿਸ਼ਨ ਦੁਆਰਾ ਸੁਝਾਈ ਡਾਕਟਰ ਰੰਧਾਵੇ ਦੀ ਪੁਸਤਕ ਆਊਟ ਆਫ ਦ ਐਸ਼ਿਜ਼ ਪੜ੍ਹ ਕੇ ਪਤਾ ਲੱਗਾ ਕਿ ਅੰਗਰੇਜ਼ਾਂ ਦੁਆਰਾ ਪੰਜਾਬ ਦੀਆਂ 12 ਵਸਾਉਣ 1947 ਵਿੱਚ ਪੱਛਮੀ ਪੰਜਾਬ ਤੋਂ ਆਏ ਕਿਸਾਨਾਂ ਤੇ ਮੁਰੱਬੇਬੰਦੀ ਨੇ ਪੂਰਬੀ ਪੰਜਾਬ ਦੀ ਕਿਸਾਨੀ ਦਾ ਅਜੋਕਾ ਸਰੂਪ ਘੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਪੰਜਾਬੀ ਕਿਸਾਨੀ ਰਵਾਇਤੀ ਜੀਵਨ ਜਾਂਚ ਤੋਂ ਟੁੱਟ ਕੇ ਨਵੀਂ ਜੀਵਨ ਜਾਂਚ ਦੇ ਰਾਹ ਪਈ ਹੈ। ਨਾਲ ਹੀ ਇਹ ਸਪਸ਼ਟ ਹੋ ਗਿਆ ਕਿ ਖੇਤੀ ਲਈ ਅਪਣਾਏ ਅਜੋਕੇ ਵਿਕਾਸ ਮਾਡਲ ਦਾ ਆਰੰਭ ਅੰਗਰੇਜ਼ਾਂ ਨੇ ਖੇਤੀ ਉਤਪਾਦਨ ਨੂੰ ਸਿੱਧਾ ਮੰਡੀਆਂ ਨਾਲ ਜੋੜ ਕੇ ਕਰ ਦਿੱਤਾ ਸੀ। ਇਸ ਸੰਬੰਧ ਵਿੱਚ ਗੱਲ ਕਰਦਿਆਂ ਡਾਕਟਰ ਰਾਜ ਕਿਸ਼ਨ ਨੇ ਕਿਹਾ ਸੀ ਕਿ ਜਦੋਂ ਅੰਗਰੇਜ਼ਾਂ ਵੱਲੋਂ 12 ਵਸਾਈਆਂ ਜਾ ਰਹੀਆਂ ਸਨ ਤਾਂ ਉੱਥੋਂ ਦੇ ਮੁੱਢਲੇ ਜਾਂਗਲੀਆਂ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਸਮੇਂ ਸਾਡੀ ਕਮਿਊਨਿਸਟ ਪਾਰਟੀ ਨਵੇਂ ਵਸਣ ਵਾਲੇ ਆਬਾਦਕਾਰਾਂ ਨਾਲ ਖੜੀ ਸੀ, ਜਿਸ ਦੀਆਂ ਮੁੱਖ ਮੰਗਾਂ ਲਾਹੇਵੰਦ ਭਾਅ ਅਤੇ ਵਧੇਰੇ ਸਹੂਲਤਾਂ ਸਨ। ਉੱਥੋਂ ਉਜਾੜੇ ਜਾ ਰਹੇ ਲੋਕਾਂ ਦੇ ਹੱਕ ਵਿੱਚ ਕਿਸੇ ਨੇ ਹਾਂ ਦਾ ਨਾਅਰਾ ਨਾ ਮਾਰਿਆ। ਅੱਜ ਇਹ ਕੁਝ ਹੀ ਸਾਡੇ ਮੱਧ ਭਾਰਤ ਵਿੱਚ ਹੋ ਰਿਹਾ ਹੈ। ਸਰਕਾਰ ਮਲਟੀਨੈਸ਼ਨਲ ਕੰਪਨੀਆਂ ਨੂੰ ਸਥਾਪਿਤ ਕਰਨ ਲਈ ਪੁਲਿਸ ਤੇ ਫੌਜ ਦੀ ਮਦਦ ਨਾਲ ਆਦੀਵਾਸੀਆਂ ਨੂੰ ਉਜਾੜ ਰਹੀ ਹੈ, ਪਰ ਅਸੀਂ ਚੁੱਪ ਹਾਂ। ਅੱਜ ਉਜਾੜੇ ਦਾ ਵਿਰੋਧ ਕਰਨ ਵਾਲੇ ਮਾਓਵਾਦੀ ਤੇ ਉਜਾੜਨ ਵਾਲੇ ਦੇਸ਼ ਭਗਤ ਕਹੇ ਜਾਂਦੇ ਹਨ। ਸਾਡੀ ਕਿਸਾਨ ਲਹਿਰ ਕਿਸਾਨੀ ਨੂੰ ਇੱਕ ਜਮਾਤ ਸਮਝਣ ਦੀ ਭੁੱਲ ਕਰਕੇ ਧਨੀ ਜ਼ਿਮੀਂਦਾਰਾਂ ਤੇ ਜਾਗੀਰਦਾਰਾਂ ਦੇ ਹੱਕ ਵਿੱਚ ਭੁਗਤ ਰਹੀ ਹੈ। ਕਿਸਾਨਾਂ ਨੂੰ ਵੱਧ ਭਾਅ, ਸਬਸਿਡੀਆਂ ਤੇ ਮੁਫਤ ਬਿਜਲੀ ਦੀ ਮੰਗ ਆਦਿ ਧਨੀ ਕਿਸਾਨਾਂ ਦੇ ਹੱਕ ਵਿੱਚ ਜਾਣ ਵਾਲੀਆਂ ਮੰਗਾਂ ਹਨ,
ਜੋ ਮੁਫਤ ਬਿਜਲੀ ਮਿਲਣ ਨਾਲ ਪਾਣੀ ਦੀ ਸਭ ਤੋਂ ਵੱਧ ਲੁੱਟ ਕਰਕੇ ਆਮ ਆਦਮੀ ਤੋਂ ਪੀਣ ਵਾਲਾ ਸਾਫ਼ ਪਾਣੀ ਵੀ ਖੋਹ ਰਹੇ ਹਨ। ਇਸ ਕਰਕੇ ਕਿਸਾਨ ਆਤਮ ਹੱਤਿਆਵਾਂ ਦਾ ਮੁੱਦਾ ਕਿਸਾਨ ਦੀਆਂ ਅੰਦਰਲੀਆਂ ਪਰਤਾਂ ਤੇ ਉਹਨਾਂ ਦੇ ਟਕਰਾਵਾਂ ਨੂੰ ਧਿਆਨ ਵਿੱਚ ਰੱਖੇ ਬਿਨਾਂ ਵਿਚਾਰਨਾ ਠੀਕ ਨਹੀਂ। ਮਈ ਦੇ ਅੱਧ ਤੱਕ ਰਵੀ ਨੇ ਸੁਪਰਵਾਈਜ਼ਰ ਡਿਊਟੀ ਦੇ ਪੇਪਰ ਚੈਕਿੰਗ ਤੋਂ 25,000 ਰੁਪਏ ਕਮਾ ਲਏ ਸਨ ਤੇ ਅੱਗੋਂ ਆਰਥਿਕ ਸਰੋਤ ਬੰਦ ਸਨ। ਉਸਨੇ ਟੀਵੀ ਲਾਇਆ ਤਾਂ ਮੋਨਟੇਕ ਸਿੰਘ ਆਹਲੂਵਾਲੀਆ ਉਦਾਰੀਕਰਨ ਦੀਆਂ ਨੀਤੀਆਂ ਦੀ ਵਕਾਲਤ ਕਰ ਰਿਹਾ ਸੀ ਤਾਂ ਉਹ ਸੋਚਣ ਲੱਗਾ ਕਿ ਵਰਲਡ ਬੈਂਕ ਤੇ ਕਾਰਪੋਰੇਟ ਖੇਤਰ ਦੇ ਖੈਰ ਖਾ ਪਤਾ ਨਹੀਂ ਦੇਸ਼ ਨੂੰ ਕਿੱਥੇ ਲਿਜਾਣਗੇ। ਫਿਰ ਇੱਕ ਦਿਨ ਜਦੋਂ ਉਹ ਦੁੱਧ ਲੈਣ ਲਈ ਆਪਣੀ ਕਲੋਨੀ ਦੇ ਭਾਟੀਆ ਜਨਰਲ ਸਟੋਰ 'ਤੇ ਪੁੱਜਾ ਤਾਂ ਉਸਨੇ ਉਸਦੇ ਗਾਲੜੀ ਮਾਲਕ ਭਾਟੀਏ ਨੂੰ ਚੁੱਪਚਾਪ ਦੇਖ ਕੇ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਮਾਲਾ ਨੇ ਉਸਦੇ ਕਾਰੋਬਾਰ ਨੂੰ ਬਹੁਤ ਢਾਹ ਲਾਈ ਹੈ, ਜਿਸ ਕਰਕੇ ਉਸਦੀ ਦੁਕਾਨ ਦੇ ਖਰਚੇ ਵੀ ਪੂਰੇ ਨਹੀਂ ਹੁੰਦੇ ਤੇ ਉਹਨਾਂ ਬੱਚਿਆਂ ਦੀ ਪੜ੍ਹਾਈ ਲਈ ਜਮ੍ਹਾਂ ਕੀਤੀ ਰਕਮ ਖਾਣੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਕੰਮ ਬਹੁਤ ਚਿਰ ਨਹੀਂ ਚੱਲ ਸਕਦਾ। ਉਹ ਕਹਿ ਰਿਹਾ ਸੀ ਕਿ ਕਹਿੰਦੇ ਹਨ ਕਿ ਦੇਸ਼ ਵਿਕਾਸ ਕਰ ਰਿਹਾ ਹੈ, ਪਰ ਛੋਟਾ ਵਪਾਰੀ ਤੇ ਕਾਰਖਾਨੇਦਾਰ ਤਬਾਹ ਹੋ ਰਹੇ ਹਨ। 2-4 ਮੀਲ ਤੇ ਫਲਾਈਓਵਰ ਬਣਨ ਨੂੰ ਹੀ ਵਿਕਾਸ ਕਿਹਾ ਜਾ ਰਿਹਾ ਹੈ। ਰਵੀ ਨੇ ਘਰ ਆ ਕੇ ਚਾਹ ਪੀਤੀ ਤੇ ਟੀਵੀ ਲਾਇਆ। ਉਹ ਆਮ ਕਰਕੇ ਖਬਰਾਂ ਜਾਂ ਕੋਈ ਹੋਰ ਮਨਪਸੰਦ ਪ੍ਰੋਗਰਾਮ ਦੇਖਦਾ ਸੀ, ਪਰ ਜਦੋਂ ਕਦੇ ਮਾਲਤੀ ਉਸ ਕੋਲ ਰੁਕਦੀ ਤਾਂ ਉਹ ਸਵੇਰੇ ਸਵੇਰੇ ਟੀਵੀ ਉੱਤੇ ਨਵੀਆਂ ਆਉਣ ਵਾਲੀਆਂ ਚੀਜ਼ਾਂ ਦੀ ਮਸ਼ਹੂਰੀ ਦੇਖਦੀ। ਜੇਕਰ ਰਵੀ ਕਹਿੰਦਾ ਕਿ ਜਿਸ ਚੀਜ਼ ਦੀ ਲੋੜ ਨਹੀਂ ਉਸ ਬਾਰੇ ਜਾਣਨ ਦਾ ਕੀ ਫਾਇਦਾ, ਤਾਂ ਮਾਲਤੀ ਕਹਿੰਦੀ ਕਿ ਹਰ ਚੀਜ਼ ਦੀ ਲੋੜ ਹੁੰਦੀ ਹੈ। ਰਵੀ ਕਹਿੰਦਾ ਕਿ ਇਹ ਮਾਰਕੀਟ ਦਾ ਤਰਕ ਹੈ, ਆਪਣਾ ਮਾਲ ਵੇਚਣ ਲਈ ਕਿ ਜਿਸ ਚੀਜ਼ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ, ਜੇਕਰ ਇਹ ਤੁਹਾਡੇ ਕੋਲ ਨਹੀਂ ਤਾਂ ਤੁਸੀਂ ਪਛੜੇ ਹੋਏ ਹੋ। ਪਰ ਦੁੱਖ ਦੀ ਗੱਲ ਹੈ ਕਿ ਇਹ ਤਰਕ ਸਾਡੀ ਜੀਵਨ ਜਾਂਚ ਬਣ ਰਹੇ ਹਨ ਤੇ ਅਸੀਂ ਚੀਜ਼ਾਂ ਲੋੜ ਲਈ ਨਹੀਂ ਸਗੋਂ ਆਪਣੇ ਵਰਗ ਦੇ ਸਟੇਟਸ ਸਿੰਬਲ ਅਨੁਸਾਰ ਘਰਾਂ ਵਿੱਚ ਲਿਆ ਰਹੇ ਹਾਂ। ਰਵੀ ਦਾ ਕਿਸਾਨਾਂ ਦੀਆਂ ਖੁਦਕੁਸ਼ੀਆਂ ਬਾਰੇ ਸਰਵੇਖਣ ਦਾ ਅਖੀਰਲਾ ਚੈਪਟਰ ਲਗਭਗ ਮੁਕੰਮਲ ਹੋ ਗਿਆ ਸੀ। ਪਿਛਲੇ 20 ਕੁ ਦਿਨਾਂ ਵਿੱਚ ਉਹ ਇਹਨਾਂ ਸਰਵੇਖਣ ਕੀਤੇ ਪਿੰਡਾਂ ਵਿੱਚ ਮੁੜ ਕੇ ਗਿਆ ਸੀ ਤੇ ਉਹਨਾਂ ਪਰਿਵਾਰਾਂ ਦੀ ਆਰਥਿਕ ਹਾਲਤ, ਜ਼ਮੀਨ ਤੇ ਕਰਜ਼ੇ ਦੀ ਸਥਿਤੀ ਨੂੰ ਨੋਟ ਕਰਦਿਆਂ ਉਸਨੇ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਵਾਅਦਿਆਂ ਤੇ ਅਮਲਾਂ ਦੇ ਫਰਕ ਨੂੰ ਜਾਣਿਆ ਸੀ। ਇਹਨਾਂ ਦਿਨਾਂ ਵਿੱਚ ਹੀ ਪਿੰਡ ਬੁਲਾਰਪੁਰ ਵਿੱਚ ਕਰਜ਼ੇ ਦੇ ਮਾਰੇ ਇੱਕ ਕਿਸਾਨ ਦੀ ਖਬਰ ਆਉਣ 'ਤੇ ਉਹ ਸਰਬਜੀਤ ਨਾਲ ਉੱਥੇ ਫਿਰ ਗਿਆ। ਰਵੀ ਨੂੰ ਇਸ ਪਿੰਡ ਵਿੱਚ ਨਵਾਂ ਵਿਕਾਸ ਮਾਡਲ ਜ਼ਰਾ ਉਭਰਵਾਂ ਮਹਿਸੂਸ ਹੋਇਆ। ਇਸ ਪਿੰਡ ਵਿੱਚ ਪਹੁੰਚਣ ਤੋਂ ਪਹਿਲਾਂ ਸੜਕ ਦੇ ਇੱਕ ਪਾਸੇ 10-12 ਏਕੜਾਂ ਵਿੱਚ ਫੈਲਿਆ ਸ਼ਹਿਜ਼ਾਦਾ ਰਿਜ਼ੋਰਟ ਸੀ, ਜਿਸ ਦੇ ਇੱਕ ਪਾਸੇ ਏਸੀ ਰੈਸਟੋਰੈਂਟ ਤੇ ਦੂਜੇ ਪਾਸੇ ਪੰਜਾਬੀ ਢਾਬਾ ਸੀ। ਸੜਕ ਦੇ ਦੂਜੇ ਪਾਸੇ ਨਵੀਂ ਉਸਰ ਰਹੀ ਮਾਰਕੀਟ ਸੀ। ਇਸ ਤਰ੍ਹਾਂ ਖੇਤਾਂ ਵਿੱਚ ਇੱਕ ਬਾਜ਼ਾਰ ਉਸਰ ਰਿਹਾ ਸੀ। ਅੱਜ ਕੱਲ੍ਹ ਸੜਕਾਂ ਦੇ ਕੰਢੇ ਉਸਰੇ ਰਿਜ਼ੋਰਟ, ਰੈਸਟੋਰੈਂਟ, ਹੋਟਲ, ਪੈਲੇਸ, ਵੱਡੇ ਵੱਡੇ ਸਟੋਰ, ਪ੍ਰੋਫੈਸ਼ਨਲ ਕਾਲਜ, ਆਧੁਨਿਕ ਕਾਲੋਨੀਆਂ ਦੇ ਗੇਟ ਤੇ 10-10, 20-20 ਏਕੜ ਦੁਆਲੇ ਕੰਧਾਂ ਵੱਲ ਕੇ ਭਵਿੱਖ ਦੇ ਕਾਰਖਾਨੇ, ਰਿਜ਼ੋਰਟ ਜਾਂ ਸੰਸਥਾ ਵਾਸਤੇ ਰੱਖੀ ਜਗ੍ਹਾ ਦਿਖਾਈ ਦਿੰਦੀ ਹੈ ਤੇ ਇਸ ਤਰ੍ਹਾਂ ਜ਼ਮੀਨ ਦੀ ਗੈਰ ਉਪਜਾਊ ਕੰਮਾਂ ਲਈ ਵਰਤੋਂ ਕਰਨ ਨਾਲ ਇਸ ਦਾ ਮੁੱਲ ਵੱਧ ਗਿਆ ਹੈ, ਜਿਸ ਕਰਕੇ ਧਰਤੀ ਮਾਂ ਨਹੀਂ ਰਹੀ ਸਗੋਂ ਪੂੰਜੀ ਪੈਦਾ ਕਰਨ ਦੀ ਮਸ਼ੀਨ ਬਣ ਗਈ ਹੈ। ਇਸ ਤਰ੍ਹਾਂ ਕਿਸਾਨ ਪਰਿਵਾਰਾਂ ਦੀ ਨੌਜਵਾਨ ਪੀੜ੍ਹੀ ਬੇਰੁਜ਼ਗਾਰਾਂ ਦੀ ਅਜਿਹੀ ਭੀੜ ਵਿੱਚ ਵੱਟ ਰਹੀ ਹੈ ਜੋ 2-2.5 ਹਜ਼ਾਰ ਤੋਂ 4-5 ਹਜ਼ਾਰ ਤੱਕ ਦੀਆਂ ਨੌਕਰੀਆਂ ਕਰਨ ਲਈ ਬੇਵੱਸ ਹੈ ਤੇ ਕਈ ਥਾਈਂ ਕੁੜੀਆਂ ਦੇਹ ਵਪਾਰ ਕਰਨ ਲਈ ਮਜਬੂਰ ਹਨ। ਇਸ ਤਰ੍ਹਾਂ ਪਿੰਡ ਬਾਹਰੋਂ ਤਾਂ ਸ਼ਾਂਤ ਤੇ ਭਾਈਚਾਰਕ NRI ਤੇ ਕਾਰਪੋਰੇਟ ਜਿਹਾ ਜਾਪਦਾ ਹੈ, ਪਰ ਅੰਦਰੋਂ ਕਰਜ਼ੇ, ਅਪਰਾਧ ਤੇ ਨਸ਼ਿਆਂ ਵਿੱਚ ਗਰਕ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਪੰਜਾਬ ਦੇ ਭੂ-ਦ੍ਰਿਸ਼ ਵਿੱਚ ਜਿਹੜੀ ਤਬਦੀਲੀ ਆਈ ਹੈ, ਸ਼ਾਇਦ ਇਹ ਪਿਛਲੇ 200 ਸਾਲਾਂ ਵਿੱਚ ਵੀ ਨਹੀਂ ਸੀ ਹੋਈ। ਹਰੇ ਇਨਕਲਾਬ ਤੱਕ ਇਸ ਵਿਕਾਸ ਨੇ ਕੋਈ ਵੱਡਾ ਛੜੱਪਾ ਨਹੀਂ ਸੀ ਮਾਰਿਆ, ਪਰੰਤੂ 20ਵੀਂ ਸਦੀ ਦੇ ਆਖਰ ਵਿੱਚ ਸ਼ੁਰੂ ਹੋਈਆਂ ਉਦਾਰਵਾਦੀ ਆਰਥਿਕ ਨੀਤੀਆਂ ਨੇ ਪੂੰਜੀ ਦੀ ਬੇਮੁਹਾਰ ਆਮਦ ਦੇ ਰਾਹ ਪੱਧਰੇ ਕੀਤੇ ਹਨ ਤੇ NRI ਪੂੰਜੀ ਤੇ ਕਾਰਪੋਰੇਟ ਅਦਾਰਿਆਂ ਨੇ ਹਰ ਵਰਤਾਰੇ ਨੂੰ ਮੰਡੀ ਨਾਲ ਜੋੜ ਦਿੱਤਾ ਹੈ। ਰਵੀ ਦੇ ਪਹਿਲੇ ਸਰਵੇਖਣ ਤੋਂ ਮਗਰੋਂ 2 ਸਾਲਾਂ ਵਿੱਚ 9 ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਸਨ ਤੇ ਉਸਨੇ ਅਨੁਭਵ ਕੀਤਾ ਸੀ ਕਿ ਕਾਰਪੋਰੇਟਰੀ ਵਿਕਾਸ ਵਿੱਚ ਗਰੀਬ ਕਿਸਾਨੀ ਤੇ ਉਸਦੇ ਬੱਚਿਆਂ ਦਾ ਕੋਈ ਭਵਿੱਖ ਨਹੀਂ। ਸਰਕਾਰੀ ਸਕੂਲਾਂ ਵਿੱਚ ਅਧਿਆਪਕ ਅੱਧੇ ਵੀ ਨਹੀਂ
ਤੇ ਪ੍ਰਾਈਵੇਟ ਪ੍ਰੋਫੈਸ਼ਨਲ ਸੰਸਥਾਵਾਂ ਦੇ ਉਹ ਖਰਚੇ ਨਹੀਂ ਚੁੱਕ ਸਕਦੇ। ਫਿਰ ਇਹ ਅੱਧਪੜੀ ਭੀੜ ਲੇਬਰ ਭੀੜ ਵਿੱਚ ਹੀ ਸ਼ਾਮਿਲ ਹੋਵੇਗੀ, ਜਿਸ ਦੀ ਆਪਣੀ ਸੀਮਾ ਹੈ। ਸੀਮਾ ਤੋਂ ਮਗਰੋਂ ਲੁੱਟਾਂ ਖੋਹਾਂ, ਅਪਰਾਧਾਂ ਤੇ ਨਸ਼ੇੜੀ ਬਣਨ ਦਾ ਰਾਹ ਹੀ ਰਹਿ ਜਾਵੇਗਾ। ਇਹ ਹੈ ਨਵਾਂ ਵਿਕਾਸ, ਜਿਸ ਵਿੱਚ 20% ਮੱਧ ਵਰਗ ਨੂੰ ਹੀ ਦੇਸ਼ ਦੀ ਖੁਸ਼ਹਾਲੀ ਮੰਨਿਆ ਜਾ ਰਿਹਾ ਹੈ। ਇਸ ਤਰ੍ਹਾਂ ਫੀਲਡ ਵਿੱਚ ਰੁੱਝਿਆ ਹੋਣ ਕਰਕੇ ਰਵੀ 23 ਜੂਨ ਨੂੰ ਮਾਲਤੀ ਦੇ ਜਨਮ ਦਿਨ ਉੱਤੇ ਨਾ ਪਹੁੰਚ ਸਕਿਆ ਤੇ ਨਾ ਹੀ ਉਸਦੀਆਂ ਨਾਰਾਜ਼ਗੀਆਂ ਤੇ ਰੋਸਿਆਂ ਦਾ ਉਸ ਉੱਤੇ ਕੋਈ ਅਸਰ ਹੋਇਆ। ਅੰਤ ਉਸਨੇ ਆਪਣੇ ਮੋਬਾਈਲ ਦਾ ਸਵਿੱਚ ਹੀ ਆਫ ਕਰ ਦਿੱਤਾ। ਜਲੰਧਰ ਪਰਤ ਕੇ ਉਸਨੇ ਮਾਲਤੀ ਨੂੰ 3-4 ਵਾਰੀ ਫੋਨ ਕੀਤਾ, ਪਰ ਉਸਨੇ ਫੋਨ ਨਾ ਚੁੱਕਿਆ। ਲੋਡੇ ਕੁ ਵੇਲੇ ਮਾਲਤੀ ਨੇ ਫੋਨ ਚੁੱਕਦਿਆਂ ਉਸਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਬੋਲੀ ਕਿ ਉਹ ਕੋਈ ਕਾਲ ਗਰਲ ਹੈ। ਜਦੋਂ ਦਿਲ ਕੀਤਾ ਫੋਨ ਕਰਕੇ ਸੱਦ ਲਿਆ ਤੇ ਜਦੋਂ ਜੀ ਕੀਤਾ ਬਣਿਆ ਬਣਾਇਆ ਪ੍ਰੋਗਰਾਮ ਰੱਦ ਕਰਕੇ ਆਪਣੇ ਕੰਮਾਂ ਵਿੱਚ ਰੁੱਝ ਗਏ। ਇਸ ਸਮੇਂ ਰਵੀ ਨੇ ਕਿਹਾ ਕਿ ਉਹ ਬਹੁਤ ਦਰਦਨਾਕ ਹਾਲਾਤਾਂ ਵਿੱਚੋਂ ਲੰਘ ਕੇ ਆ ਰਿਹਾ ਹੈ ਤੇ ਉਸਦੇ ਅੰਦਰ ਕੁਝ ਮਰ ਰਿਹਾ ਹੈ। ਜੇਕਰ ਉਹ ਬਚਾ ਸਕਦੀ ਹੈ ਤਾਂ ਬਚਾ ਲਵੇ। ਇਹ ਸੁਣ ਕੇ ਮਾਲਤੀ ਸਭ ਗੁੱਸੇ ਗਿਲੇ ਭੁਲਾ ਕੇ ਆ ਪਹੁੰਚੀ। ਮਾਲਤੀ ਦੇ ਸਾਹਮਣੇ ਫਲੈਟ ਵਿੱਚ ਬੱਚੇ ਦੇ ਜਨਮ ਦਿਨ ਲਈ ਗਿਫਟ ਲੈਣਾ ਸੀ। ਉਹ ਦੋਵੇਂ ਐਮਬੀਡੀ ਮਾਲ ਗਏ ਤੇ ਉੱਥੇ ਫਿਲਮ ਦੇਖਣ ਮਗਰੋਂ ਮਾਲਤੀ ਨੇ ਕੁਝ ਹੋਰ ਖਰੀਦੋ ਫਰੋਖਤ ਕੀਤੀ। ਇਸ ਤਰ੍ਹਾਂ ਉਹਨਾਂ ਬੱਚੇ ਦੇ ਗਿਫਟ ਲਈ 400 ਦੀ ਸੈੱਲਾਂ ਵਾਲੀ ਕਾਰ ਖਰੀਦਣ ਗਿਆ 1500 ਰੁਪਏ ਹੋਰ ਖਰਚ ਕਰ ਦਿੱਤੇ। ਇਸ ਪਿੱਛੋਂ ਰਵੀ ਅਹਾਤੇ ਵਿੱਚ ਗਿਆ। ਉੱਥੇ ਰਵੀ ਤੇ ਗੌਰਵ ਬੈਠੇ ਪੈਗ ਪੀ ਰਹੇ ਸਨ। ਕੁਝ ਗੱਲਾਂ ਪਿੱਛੋਂ ਰਵੀ ਨੇ ਸਰਬਜੀਤ ਨੂੰ ਕਿਹਾ ਕਿ ਉਹ ਕਿਸਾਨ ਯੂਨੀਅਨ ਵਿੱਚ ਧਨੀ ਕਿਸਾਨੀ ਦੀ ਚਾਕਰੀ ਕਰ ਰਿਹਾ ਹੈ, ਇਸ ਕਰਕੇ ਉਸਨੂੰ ਯੂਨੀਅਨ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਜਦੋਂ ਸਰਬਜੀਤ ਨੇ ਕਿਹਾ ਕਿ ਉਸ ਇਲਾਕੇ ਵਿੱਚ ਕਿਸਾਨੀ ਦੀ ਇੱਕ ਜਮਾਤ ਵਜੋਂ ਕੋਈ ਸਰਗਰਮ ਯੂਨੀਅਨ ਨਹੀਂ, ਤਾਂ ਰਵੀ ਨੇ ਕਿਹਾ ਕਿ 50-60 ਜਾਂ 100 ਏਕੜਾਂ ਉੱਤੇ ਖੇਤੀ ਕਰਾਉਣ ਵਾਲਾ ਤੇ ਕਿੱਲਾ ਜਾਂ 4 ਕਨਾਲਾਂ ਦਾ ਮਾਲਕ ਇੱਕ ਜਮਾਤ ਨਹੀਂ ਹੋ ਸਕਦੇ। ਉਸਦੀ ਯੂਨੀਅਨ ਇਸ ਵਖਰੇਵੇਂ ਤੇ ਟਕਰਾਓ ਨੂੰ ਨਾ ਸਮਝਦੀ ਹੋਈ ਛੋਟਿਆਂ ਨੂੰ ਪੁਚਲਾ ਕੇ ਵੱਡਿਆਂ ਦੇ ਹੱਕ ਵਿੱਚ ਭੁਗਤਾਉਂਦੀ ਹੈ। ਸਰਬਜੀਤ ਨੇ ਕਿਹਾ ਕਿ ਉਸਨੂੰ ਇਸ ਗੱਲ ਦਾ ਪਤਾ ਹੈ, ਪਰੰਤੂ ਜਦੋਂ ਉਹ ਅਜਲਾਸ ਵਿੱਚ ਇਸ ਗੱਲ ਲਈ ਲੜਿਆ ਤਾਂ ਅਗਲਿਆਂ ਚੁੱਕ ਕੇ ਖੁੰਝੇ ਲਾ ਦਿੱਤਾ। ਉਸਨੇ ਦੱਸਿਆ ਕਿ ਯੂਨੀਅਨਾਂ ਵਿੱਚ ਵੀ ਸੱਤਾ ਦੇ ਕੇਂਦਰ ਹੁੰਦੇ ਹਨ ਤੇ ਉਹ ਆਪਣੀਆਂ ਨੀਤੀਆਂ ਦੇ ਲੀਡਰਸ਼ਿਪ ਉੱਤੇ ਕਬਜ਼ੇ ਲਈ ਬੁਰਜੂਆ ਸੱਤਾ ਜਿੰਨੇ ਹੀ ਵਜੀਦ ਹੁੰਦੇ ਹਨ। ਸਰਬਜੀਤ ਮਨ ਮਾਰ ਕੇ ਕੰਮ ਕਰਨ ਵਾਲਾ ਬੰਦਾ ਸੀ ਤੇ ਸਮਝਦਾ ਸੀ ਕਿ ਯੂਨੀਅਨ ਵਿੱਚ ਰਹਿ ਕੇ ਸਿਰਫ ਉਸੇ ਦੀ ਮਰਜ਼ੀ ਹੀ ਨਹੀਂ ਚੱਲ ਸਕਦੀ। ਪਰ ਰਵੀ ਕਹਿੰਦਾ ਸੀ ਕਿ ਉਹ ਯੂਨੀਅਨ ਦੇ ਅੰਦਰਲੇ ਸੱਤਾ ਕੇਂਦਰਾਂ ਦੇ ਖਿਲਾਫ ਲੜਾਈ ਦੇ ਮਹੱਤਵ ਨੂੰ ਨਾ ਸਮਝਣ ਦੀ ਗਲਤੀ ਕਰ ਰਿਹਾ ਹੈ, ਜੋ ਅੱਜ ਦੀ ਸਮੁੱਚੀ ਧਿਰ ਦਾ ਦੁਖਾਂਤ ਹੈ। ਹਰ ਕੋਈ ਜਥੇਬੰਦੀ ਦੇ ਬੰਦੇਜ ਦੀ ਗੱਲ ਕਰਦਾ ਹੋਇਆ ਕੋਹਲੂ ਦੇ ਬੈਲ ਵਾਂਗ ਉੱਥੇ ਹੀ ਗੇੜੇ ਖਾਈ ਜਾਂਦਾ ਹੈ। ਫਿਰ ਇੱਕ ਦਿਨ ਰਵੀ ਨੂੰ ਪਿੰਡੋਂ ਫੋਨ ਆਇਆ ਕਿ ਉਸਦੇ ਬਾਪ ਦੀ ਮੌਤ ਹੋ ਗਈ ਹੈ। ਉਹ ਕਾਲਜੋਂ 2 ਦਿਨ ਦੀ ਛੁੱਟੀ ਲੈ ਕੇ ਸੰਸਕਾਰ ਵਿੱਚ ਸ਼ਾਮਿਲ ਹੋਇਆ। ਉਸਨੂੰ ਭਰਾ ਦਾ ਵਤੀਰਾ ਚੁੱਕਿਆ ਜੋ ਕਿ ਜ਼ਰਾ ਦੂਰੀ ਬਣਾ ਕੇ ਰੱਖ ਰਿਹਾ ਸੀ। ਅਗਲੀ ਸਵੇਰੇ ਫੁੱਲ ਚੁਗਣ ਮਗਰੋਂ ਵਾਪਸ ਤੁਰਨ ਲੱਗਿਆਂ ਉਸਨੇ ਕਿਹਾ ਕਿ ਜਿਸ ਦਿਨ ਫੁੱਲ ਪਾਉਣ ਜਾਣਾ ਹੋਵੇ ਉਸਨੂੰ ਦੱਸ ਦੇਣਾ। ਭਰਾ ਨੇ ਉਸਨੂੰ ਕਿਹਾ ਕਿ ਉਹ ਹੁਣ ਬੇਸ਼ੱਕ ਭੋਗ ਵਾਲੇ ਦਿਨ ਹੀ ਆ ਜਾਵੇ। ਅਗਲੇ ਦਿਨ ਉਸਦੀ ਭੈਣ ਦੇ ਘਰ ਵਾਲੇ ਚੰਨਨ ਨੇ ਉਸਨੂੰ ਜਲੰਧਰ ਆ ਕੇ ਦੱਸਿਆ ਕਿ ਉਸਦੇ ਭਰਾ ਨਰਿੰਦਰ ਨੇ ਆਪਣੇ ਨਾਂ ਸਾਰੀ ਜ਼ਮੀਨ ਦੀ ਵਸੀਅਤ ਕਰਾਈ ਹੋਈ ਹੈ, ਜੋ ਕਿ ਗੈਰ ਕਾਨੂੰਨੀ ਹੈ। ਇਸ ਕਰਕੇ ਉਹ ਇਸ ਵਿਰੁੱਧ ਤਹਿਸੀਲੇ ਦਰਖਾਸਤ ਦੇਵੇ ਤੇ ਇਸ ਕੰਮ ਵਿੱਚ ਉਸਦੀ ਭੈਣ ਉਸਦੇ ਨਾਲ ਖੜੀ ਹੋਵੇਗੀ। ਰਵੀ ਨੇ ਉਸਨੂੰ ਹੂੰ ਹਾਂ ਕਰਕੇ ਤੋੜ ਦਿੱਤਾ, ਪਰ ਉਸਨੂੰ ਸਮਝ ਲੱਗ ਗਈ ਸੀ ਕਿ ਇਹ ਖੇਡ ਭਰਜਾਈ ਤੇ ਉਸਦੇ ਪੇਕਿਆਂ ਦੀ ਹੈ। ਭੋਗ ਤੋਂ ਇੱਕ ਦਿਨ ਪਹਿਲਾਂ ਉਹ ਪਿੰਡ ਗਿਆ। ਭੋਗ ਉੱਤੇ ਕੀਤੇ ਵੱਡੇ ਇਕੱਠ ਵਿੱਚ ਉਸਦੇ ਭਰਾ ਦੇ ਸਹੁਰਿਆਂ ਤੋਂ ਬਹੁਤ ਸਾਰੇ ਬੰਦੇ ਆਏ, ਜਿਨ੍ਹਾਂ ਤੋਂ ਸੋਗ ਦਾ ਵਾਤਾਵਰਨ ਘੱਟ ਪਰ ਸਾਜ਼ਿਸ਼ੀ ਵਧੇਰੇ ਲੱਗਦਾ ਸੀ। ਭੋਗ ਤੋਂ ਪਹਿਲਾਂ ਦੀਪੋ ਤੇ ਉਸਦਾ ਪਤੀ ਉਸਨੂੰ ਚੁਬਾਰੇ ਵਿੱਚ ਇੱਕ ਲਵਾਂਝੇ ਲਿਜਾ ਕੇ ਕਹਿਣ ਲੱਗੇ ਕਿ ਉਹਨਾਂ ਦੇ ਬਾਪ ਨੂੰ ਝੂਠੀ ਵਸੀਅਤ ਉੱਤੇ ਅੰਗੂਠਾ ਲਵਾਉਣ ਪਿੱਛੋਂ ਮਾਰਿਆ ਗਿਆ ਹੈ। ਇਸ ਕਰਕੇ ਕੇਸ ਕਰਨ ਲਈ ਜਾਂ ਉਹ ਆਪ ਅੱਗੇ ਲੱਗੇ, ਨਹੀਂ ਤਾਂ ਉਹ ਉਹਨਾਂ ਦੇ ਨਾਲ ਤੁਰੇ। ਰਵੀ ਚੁੱਪਚਾਪ ਹੂੰ ਹਾਂ ਕਰਦਾ ਰਿਹਾ। ਇਹਨਾਂ ਗੱਲਾਂ ਨੂੰ ਦੇਖ ਕੇ ਅੰਦਰੋਂ ਟੁੱਟੇ ਰਵੀ ਨੇ ਜਲੰਧਰ ਬੱਸ ਅੱਡੇ ਉੱਤੇ ਪਹੁੰਚ ਕੇ ਮਾਲਤੀ ਨੂੰ ਫੋਨ ਕੀਤਾ, ਪਰ ਉਸਨੇ ਅੱਗੋਂ ਕਿਹਾ ਕਿ ਉਸਨੇ ਆਪਣੀ ਭਰਜਾਈ ਨਾਲ ਸ਼ਾਪਿੰਗ 'ਤੇ ਜਾਣਾ ਹੈ, ਇਸ ਕਰਕੇ ਉਹ ਨਹੀਂ ਆ ਸਕਦੀ।
ਇਹ ਸੁਣ ਕੇ ਰਵੀ ਨੂੰ ਉਸਦੇ ਰਵੱਈਏ ਦਾ ਦੁੱਖ ਹੋਇਆ ਕਿ ਉਹ ਇਹ ਵੀ ਨਹੀਂ ਸਮਝਦੀ ਕਿ ਉਹ ਕਿਸ ਹਾਲਤ ਵਿੱਚ ਹੈ। ਅਸਲ ਵਿੱਚ ਮਾਲਤੀ ਦੀ ਭਰਜਾਈ ਕਿਰਨ ਨੂੰ ਪਤਾ ਲੱਗਾ ਸੀ ਕਿ ਉਸਦੀ ਮਾਸੀ ਸ਼ੀਲਾ ਰਾਣੀ ਦਾ ਪੁੱਤਰ ਅਵਿਨਾਸ਼ ਵਿਆਹ ਕਰਾਉਣ ਲਈ ਕੈਨੇਡਾ ਤੋਂ ਆ ਰਿਹਾ ਹੈ ਤੇ ਉਸਦੇ ਬਹਾਨੇ ਨਾਲ ਮਾਲਤੀ ਨੂੰ ਦਿਖਾਉਣ ਤੇ ਮਾਸੀ ਦਾ ਪ੍ਰਤੀਕਰਮ ਜਾਣਨ ਦਾ ਪ੍ਰੋਗਰਾਮ ਬਣਾਇਆ ਸੀ ਤੇ ਇਸ ਲਈ ਮਾਲਤੀ 21st ਸੈਂਚੁਰੀ ਬਿਊਟੀ ਪਾਰਲਰ ਤੋਂ ਤਿਆਰ ਹੋ ਕੇ ਆਈ ਸੀ। ਅਵਿਨਾਸ਼ ਕੈਨੇਡਾ ਜਾਣ ਤੋਂ ਪਹਿਲਾਂ ਇੱਕ ਵਾਰੀ ਜਦੋਂ ਉਹ ਆਪਣੀ ਮਾਂ ਨਾਲ ਕਿਰਨ ਨੂੰ ਮਿਲਣ ਲਈ ਸੁਲਤਾਨਪੁਰ ਗਿਆ ਸੀ ਤਾਂ ਮਾਲਤੀ ਨੂੰ ਮਿਲਿਆ ਸੀ। ਇਸ ਮੁਲਾਕਾਤ ਵਿੱਚ ਅਵਿਨਾਸ਼ ਉੱਤੇ ਉਸਦੀ ਜਾਦੂਈ ਖੂਬਸੂਰਤੀ ਦਾ ਅਸਰ ਹੋ ਗਿਆ ਸੀ ਤੇ ਉਹ ਵੀ ਬਾਹਰ ਜਾਣ ਲਈ ਉਤਸ਼ਾਹਿਤ ਹੋ ਗਈ ਸੀ। ਪਰ ਅਵਿਨਾਸ਼ ਦੇ ਛੇਤੀ ਕੈਨੇਡਾ ਚਲੇ ਜਾਣ ਤੇ ਮਾਲਤੀ ਦੇ ਰਵੀ ਨਾਲ ਸੰਬੰਧ ਬਣਨ ਕਰਕੇ ਇਹ ਗੱਲ ਵਿੱਚੇ ਰਹਿ ਗਈ। ਨਾਲ ਹੀ PhD ਕਰਨ ਵਿੱਚ ਵੀ ਰੁੱਝ ਗਈ। ਉਂਝ ਰਵੀ ਨਾਲ ਦੋਸਤੀ ਦੌਰਾਨ ਮਾਲਤੀ ਨੇ ਮਹਿਸੂਸ ਕੀਤਾ ਕਿ ਉਹ ਸਿਰਫ ਹਮਬਿਸਤਰ ਹੋਣ ਸਮੇਂ ਹੀ ਉਸਦਾ ਆਪਣਾ ਹੁੰਦਾ ਹੈ, ਬਾਕੀ ਸਮਾਂ ਕਿਤਾਬਾਂ ਤੇ ਸਿਧਾਂਤਾਂ ਵਿੱਚ ਗੁਆਚਿਆ ਰਹਿੰਦਾ ਹੈ। ਇਸ ਕਰਕੇ ਜੇਕਰ ਰਵੀ ਨੇ ਕਦੀ ਉਸਨੂੰ ਵਿਆਹ ਦੀ ਪੇਸ਼ਕਸ਼ ਵੀ ਕੀਤੀ ਤਾਂ ਉਹ ਟਾਲ ਗਈ। ਉਸਨੂੰ ਉਸ ਨਾਲ ਜ਼ਿੰਦਗੀ ਗੁਜ਼ਾਰਨੀ ਮੁਸ਼ਕਿਲ ਜਾਪਦੀ ਸੀ। ਮਾਲਤੀ ਤੇ ਕਿਰਨ ਮਾਡਲ ਟਾਊਨ ਮਾਰਕੀਟ ਵਿੱਚ ਕੁਝ ਸਮਾਨ ਖਰੀਦਣ ਮਗਰੋਂ ਮਾਸੀ ਦੇ ਘਰ ਪੁੱਜੀਆਂ ਤੇ ਇਹ ਪ੍ਰਭਾਵ ਦਿੱਤਾ ਕਿ ਉਹ ਮਾਰਕੀਟ ਵਿੱਚ ਆਈਆਂ ਹਨ। ਗੱਲਾਂ ਵਿੱਚ ਕਿਰਨ ਨੇ ਕਿਹਾ ਕਿ ਜਦੋਂ ਅਵਿਨਾਸ਼ ਆਵੇ ਤਾਂ ਉਸਨੂੰ ਕਹਿਣਾ ਕਿ ਉਹ ਮਿਲ ਕੇ ਜਾਵੇ। ਇਸ ਸਮੇਂ ਮਾਸੀ ਮਾਲਤੀ ਵੱਲ ਨਿਗਾਹ ਟਿਕਾ ਕੇ ਵੇਖਦੀ ਰਹੀ। ਮਾਸੀ ਨੇ ਜਦੋਂ ਦੱਸਿਆ ਕਿ ਅਵਿਨਾਸ਼ ਵਿਆਹ ਲਈ ਆ ਰਿਹਾ ਹੈ ਤਾਂ ਕਿਰਨ ਨੇ ਉਸ ਨਾਲ ਗੱਲ ਕਰਨ ਲਈ ਉਸਦਾ ਨੰਬਰ ਲੈ ਲਿਆ। ਮਾਸੀ ਦੇ ਘਰੋਂ ਬਾਹਰ ਆ ਕੇ ਉਸਨੇ ਮਾਲਤੀ ਨੂੰ ਨੰਬਰ ਦੇ ਦਿੱਤਾ ਤੇ ਕਿਹਾ ਕਿ ਉਹ ਆਪ ਵੀ ਉਸ ਨਾਲ ਗੱਲ ਕਰ ਲਵੇ। ਕਿਰਨ ਨੂੰ ਤੋਰਨ ਮਗਰੋਂ ਮਾਲਤੀ ਨੇ ਰਵੀ ਨੂੰ ਪ੍ਰੈਜ਼ੀਡੈਂਟ ਹੋਟਲ ਵਿੱਚ ਡਿਨਰ ਕਰਨ ਲਈ ਤਿਆਰ ਹੋਣ ਲਈ ਕਿਹਾ। ਰਵੀ ਨੇ ਕਿਸਾਨੀ ਮਸਲਿਆਂ ਬਾਰੇ ਕੁਝ ਵਿਚਾਰ ਕਰਨ ਲਈ ਸਰਬਜੀਤ ਨੂੰ ਕੈਂਟੀਨ ਵਿੱਚ ਬੁਲਾਇਆ ਹੋਇਆ ਸੀ ਤੇ ਉਹ ਆਪਣਾ ਪੀਰੀਅਡ ਖਤਮ ਹੋਣ ਮਗਰੋਂ ਉੱਧਰ ਨੂੰ ਜਾ ਰਿਹਾ ਸੀ ਕਿ ਉਸਦੇ ਵਿਭਾਗ ਦੇ ਮੁਖੀ ਪ੍ਰੋਫੈਸਰ ਉੱਪਲ ਨੇ ਉਸਨੂੰ ਆਪਣੇ ਕੁਝ ਮਿੱਤਰ ਆਏ ਹੋਏ ਦੱਸ ਕੇ ਆਪਣਾ MA ਫਸਟ ਦਾ ਪੀਰੀਅਡ ਲੈਣ ਲਈ ਕਿਹਾ। ਰਵੀ ਨੂੰ ਉਸ 'ਤੇ ਬਹੁਤ ਗੁੱਸਾ ਆਇਆ ਕਿ ਇਹ ਲੱਖ ਤਨਖਾਹ ਲੈਂਦੇ ਹਨ ਪਰ ਪੀਰੀਅਡ ਲੈਣ ਲੱਗਿਆਂ ਮੌਤ ਪੈਂਦੀ ਹੈ। ਉਸਨੂੰ ਪਤਾ ਸੀ ਕਿ ਉਸਦਾ ਮਿੱਤਰ ਕੋਈ ਨਹੀਂ ਆਇਆ ਹੋਣਾ, ਸਗੋਂ ਪ੍ਰਾਪਰਟੀ ਦੇ ਗਾਹਕ ਆਏ ਹੋਣੇ ਹਨ। ਉਹ ਪ੍ਰਾਪਰਟੀ ਦਾ ਧੰਦਾ ਠੋਕ ਵਜਾ ਕੇ ਕਰਦਾ ਸੀ। ਉੱਧਰ ਮਾਲਤੀ ਦਾ ਅਵਿਨਾਸ਼ ਨਾਲ ਫੋਨ, ਫੇਸਬੁੱਕ ਤੇ ਚੈਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਰਵੀ ਨਾਲ ਮਿਲਦਿਆਂ ਉਹ ਚਾਹੁੰਦੀ ਸੀ ਕਿ ਉਸਦੀ ਹਰ ਸਰਗਰਮੀ ਉਸਦੇ ਦੁਆਲੇ ਘੁੰਮੇ, ਪਰ ਉਸਨੂੰ ਤਾਂ ਸਮਝ ਹੀ ਨਹੀਂ ਸੀ ਆਉਂਦੀ ਕਿ ਕਿਸੇ ਮਾਮਲੇ ਉੱਤੇ ਉਸਦੀ ਕੀ ਪ੍ਰਤੀਕਿਰਿਆ ਹੋਵੇਗੀ। ਕਈ ਵਾਰੀ ਉਹ ਇੰਨਾ ਭੜਕ ਪੈਂਦਾ ਜਿਵੇਂ ਉਸਨੂੰ ਦੌਰਾ ਪੈ ਗਿਆ ਹੋਵੇ। ਉਹ ਰਵੀ ਨੂੰ ਆਪਣੀਆਂ ਇੱਛਾਵਾਂ ਨਾਲ ਨਾ ਬੰਨ੍ਹ ਸਕੀ। ਕਈ ਵਾਰੀ ਉਹ ਇਸ ਤੋਂ ਉਕਤਾ ਜਾਂਦਾ ਤੇ ਕਈ ਵਾਰੀ ਇਹ ਉਸ ਤੋਂ ਉਕਤਾ ਜਾਂਦੀ। ਇਸ ਤਰ੍ਹਾਂ ਰਵੀ ਨਾਲ ਜੁੜ ਕੇ ਘਰ ਦਾ ਸੁਪਨਾ ਉਸ ਤੋਂ ਦੂਰ ਹੋ ਗਿਆ ਸੀ। ਪਰ ਜਦੋਂ ਦੀ ਅਵਿਨਾਸ਼ ਨਾਲ ਗੱਲ ਤੁਰੀ ਸੀ ਤਾਂ ਉਸਦਾ ਘਰ ਦਾ ਸੁਪਨਾ ਮੁੜ ਉਛਲ ਕੇ ਸਾਹਮਣੇ ਆ ਗਿਆ ਸੀ। ਸ਼ਾਇਦ ਇਸ ਨਾਲ ਉਸਦੇ ਮਨ ਵਿੱਚ ਜੁੜੀ ਇਹ ਗੱਲ ਵੀ ਸੀ ਕਿ ਉਸਦੇ ਵਿਆਹ ਕਰਾ ਕੇ ਬਾਹਰ ਜਾਣਾ ਹੈ। ਉੱਧਰ ਰਵੀ ਨੇ ਅਗਸਤ ਵਿੱਚ ਮੁੜ ਸਰਬਜੀਤ ਨਾਲ ਬੁਲਾਰਪੁਰ ਜਾਣ ਦਾ ਪ੍ਰੋਗਰਾਮ ਬਣਾ ਲਿਆ ਤਾਂ ਜੋ ਕਿਤਾਬ ਵਿੱਚ ਕੁਝ ਥਾਵਾਂ 'ਤੇ ਰਹਿੰਦੇ ਖੱਪੇ ਭਰੇ ਜਾ ਸਕਣ। ਇਹ ਪਿੰਡ ਉਸਨੂੰ ਆਪਣੇ ਅਧਿਐਨ ਵਿੱਚ ਇੱਕ ਮਾਡਲ ਪ੍ਰਤੀਤ ਹੋਇਆ ਸੀ, ਕਿਉਂਕਿ ਇੱਥੇ 3 ਛੋਟੇ ਕਿਸਾਨ ਕਰਜ਼ੇ ਕਾਰਨ ਆਤਮ ਹੱਤਿਆਵਾਂ ਕਰ ਚੁੱਕੇ ਸਨ। ਦੂਸਰੇ ਬਹੁਤ ਸਾਰੇ ਛੋਟੇ ਕਿਸਾਨ ਕਰਜ਼ੇ ਦੇ ਬੋਝ ਹੇਠ ਸਨ ਤੇ ਉਹ ਹੌਲੀ ਜ਼ਮੀਨਾਂ ਵੇਚੀ ਜਾ ਰਹੇ ਸਨ। ਕਈਆਂ ਦੇ ਘਰ ਗਹਿਣੇ ਪਏ ਹੋਏ ਸਨ, ਪਰ ਦੂਜੇ ਪਾਸੇ ਰਿਪੂ ਦਮਨ ਸਿੰਘ ਸੰਘੇੜਾ ਦੀ ਜਾਇਦਾਦ ਵਧ ਰਹੀ ਸੀ, ਖਾਸ ਕਰ ਸ਼ਹਿਜ਼ਾਦਾ ਰਿਜ਼ੋਰਟ ਦੇ ਨਾਲ ਦੀ। ਰਵੀ ਆਪਣੇ ਖਰੜੇ ਦੀ ਸੋਧ ਵਿੱਚ ਇੰਨਾ ਰੁੱਝਿਆ ਹੋਇਆ ਸੀ ਕਿ ਉਸਨੇ ਆਪਣੇ ਘਰ ਦੇ ਹਾਲਾਤਾਂ ਨੂੰ ਭੁਲਾ ਹੀ ਦਿੱਤਾ। ਪਰ ਇੱਕ ਵਾਰੀ ਭੈਣ ਦੁਆਰਾ ਵਸੀਅਤ ਵਿਰੁੱਧ ਕੀਤੇ ਕੋਰਟ ਕੇਸ ਦੇ ਪੱਖ ਵਿੱਚ ਬਿਆਨ ਦੇਣ ਆਇਆ ਸੀ। ਉਸ ਕੋਲ ਭਰਾ ਤੇ ਭਰਜਾਈ ਵੀ ਆਏ ਸਨ, ਪਰ ਉਸਨੇ ਉਹਨਾਂ ਦੀ ਗੱਲ ਨਾ ਗੋਲੀ। ਰਵੀ ਦੇ ਮਨ ਵਿੱਚ ਕੁਝ ਬੀਤੀਆਂ ਗੱਲਾਂ ਘੁੰਮ ਰਹੀਆਂ ਸਨ ਕਿ ਮਾਲਤੀ ਦਾ ਫੋਨ ਆ ਗਿਆ ਕਿ ਉਹ ਸੁਲਤਾਨਪੁਰੋਂ ਤੁਰਨ ਲੱਗੀ ਹੈ ਤੇ ਬੱਸ ਅੱਡੇ ਤੋਂ ਉਤਰ ਕੇ ਉਸ ਕੋਲ ਆਵੇਗੀ। ਪਰੰਤੂ ਰਵੀ ਨੇ ਕਿਹਾ ਕਿ ਉਹ ਖਰੜੇ ਦੇ ਸਬੰਧ ਵਿੱਚ ਸਰਬਜੀਤ ਨਾਲ ਭਿੱਖੀ ਜਾ ਰਿਹਾ ਹੈ। ਇਹ ਸੁਣ ਕੇ ਮਾਲਤੀ ਨੇ ਕਿਹਾ ਕਿ ਉਸ ਕੋਲ ਉਸ ਲਈ ਟਾਈਮ ਨਹੀਂ, ਇਸ ਕਰਕੇ ਉਸਨੂੰ ਕਿਸੇ ਹੋਰ ਨਾਲ ਦੋਸਤੀ ਲਾਉਣੀ ਪਵੇਗੀ। ਹੁਣ ਮਾਲਤੀ ਨੇ ਅਵਿਨਾਸ਼ ਦੇ ਆਉਣ ਤੋਂ ਪਹਿਲਾਂ ਸਭ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਉਸਨੇ ਸਭ ਤੋਂ ਵੱਡਾ ਡਰ ਸੀ ਕਿ ਇੱਕ ਅਰਸੇ ਤੋਂ ਉਹ ਸਰੀਰਕ ਸੰਬੰਧ ਮਾਣਦੀ ਰਹੀ ਹੈ। ਜੇਕਰ ਅਵਿਨਾਸ਼ ਨੂੰ ਇਸ ਗੱਲ ਦਾ ਪਤਾ ਲੱਗ ਗਿਆ
ਤਾਂ ਉਸਦਾ ਪ੍ਰਤੀਕਰਮ ਕੀ ਹੋਵੇਗਾ। ਇਸ ਕਰਕੇ ਉਸਨੇ ਗ੍ਰਹਿ ਸ਼ੋਭਾ ਵਿੱਚ ਪੜ੍ਹੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਕਲੀਨਿਕ ਤੋਂ 28 ਅਗਸਤ ਨੂੰ ਆਪਰੇਸ਼ਨ ਦੁਆਰਾ ਆਪਣੀ ਕੁਆਰ ਝਿੱਲੀ ਦਾ ਪੁਨਰ ਸਥਾਪਨ ਕਰਾ ਲਿਆ। 2 ਸਤੰਬਰ ਨੂੰ ਅਵਿਨਾਸ਼ ਦਿੱਲੀ ਏਅਰਪੋਰਟ 'ਤੇ ਉਤਰਿਆ ਤੇ ਉਸਦੇ ਘਰ ਪਹੁੰਚਣ 'ਤੇ ਮਾਲਤੀ ਉਸਨੂੰ ਪੂਰੀ ਤਿਆਰੀ ਨਾਲ ਵਿਸ਼ੇਸ਼ ਸੂਟ ਪਾ ਕੇ ਮਿਲੀ ਤੇ ਫਿਰ ਸ਼ਾਮ ਵੇਲੇ ਉਹ ਰਤਨਾ ਸਾਗਰ ਵਿੱਚ ਡੋਸੇ ਖਾਣ ਪਿੱਛੋਂ ਐਮਬੀਡੀ ਮਾਲ ਵਿੱਚ ਖਰੀਦੋ ਫਰੋਖਤ ਕਰਦੇ ਹੋਏ KFC ਵਿੱਚ ਖਾਣਾ ਖਾਣ ਮਗਰੋਂ ਘਰ ਪਰਤੇ। ਇਸ ਮਿਲਣੀ ਨਾਲ ਉਹਨਾਂ ਵਿਚਕਾਰ ਅਜਿਹੀ ਸਾਂਝ ਬਣੀ ਕਿ ਅਵਿਨਾਸ਼ ਨੇ ਆਪਣੀ ਮੰਮੀ ਨੂੰ ਕੋਈ ਹੋਰ ਕੁੜੀ ਦੇਖਣ ਤੋਂ ਮਨ੍ਹਾ ਕਰ ਦਿੱਤਾ। ਮਾਲਤੀ ਹਰ ਰੋਜ਼ ਬਿਊਟੀ ਪਾਰਲਰ 'ਤੇ ਜਾਂਦੀ ਤੇ ਆਪਣੇ ਚਿਹਰੇ ਨੂੰ ਵੱਖਰੀ ਦਿੱਖ ਦੇ ਕੇ ਕਾਲਜ ਦੇ ਪੀਰੀਅਡ ਖਤਮ ਹੋਣ ਮਗਰੋਂ ਗੇਟ ਤੋਂ ਬਾਹਰ ਕਾਰ ਵਿੱਚ ਉਡੀਕ ਰਹੇ ਅਵਿਨਾਸ਼ ਨਾਲ ਘੁੰਮਣ ਨਿਕਲ ਜਾਂਦੀ। ਇੱਕ ਵਾਰ ਉਹ ਉਸਦੇ ਨਾਲ ਉਸਦੇ ਕਮਰੇ ਵਿੱਚ ਗਿਆ ਤੇ ਇੱਥੇ ਦੋਵੇਂ ਹਮਬਿਸਤਰ ਹੋਏ ਤੇ ਅਵਿਨਾਸ਼ ਉਸਦੀ ਪਵਿੱਤਰਤਾ ਦੇਖ ਕੇ ਕਿਲਿਆ ਗਿਆ ਤੇ ਸੋਚ ਰਿਹਾ ਸੀ ਕਿ ਇਹੋ ਜਿਹੀਆਂ ਕੁੜੀਆਂ ਅੱਜ ਕੱਲ੍ਹ ਕਿੱਥੇ ਮਿਲਦੀਆਂ ਹਨ ਕਿ ਉਹ ਮਾਡਰਨ ਵੀ ਹੋਣ ਤੇ ਵਿਰਸੇ ਦੀਆਂ ਰਵਾਇਤਾਂ ਨੂੰ ਵੀ ਪਾਲਣ। ਇਸੇ ਦੌਰਾਨ ਹੀ ਦੇਖ ਦਿਖਾਈ ਦਾ ਰਸਮ ਹੋਈ ਤੇ ਅਵਿਨਾਸ਼ ਦੀ ਮਾਂ, ਜੋ ਉਸਨੂੰ ਕਿਸੇ ਵੱਡੇ ਘਰ ਵਿੱਚ ਵਿਆਹੁਣਾ ਚਾਹੁੰਦੀ ਸੀ, ਉਹ ਬਰਾਤ ਦੀ ਸ਼ਾਨਦਾਰ ਸੇਵਾ, ਮਿਲਣੀ ਦੀ ਰਸਮ ਤੇ ਦਾਜ ਵਿੱਚ ਕੋਠੀ ਦੀਆਂ ਗੱਲਾਂ ਕਰਨ ਲੱਗੀ। ਅਵਿਨਾਸ਼ ਉਸ ਸਮੇਂ ਤਾਂ ਮਾਂ ਦੇ ਸਾਹਮਣੇ ਚੁੱਪ ਰਿਹਾ, ਪਰ ਮਗਰੋਂ ਉਸਨੇ ਰੈਡੀਸਨ ਵਿੱਚ ਖਾਣਾ ਖਾਂਦਿਆਂ ਮਾਲਤੀ ਨੂੰ ਕਿਹਾ ਕਿ ਉਹ ਮੰਮੀ ਦੀਆਂ ਗੱਲਾਂ ਦਾ ਬੁਰਾ ਨਾ ਮਨਾਵੇ ਤੇ ਨਾਲ ਹੀ ਇੱਕ ਬਲੈਂਕ ਚੈੱਕ ਮੱਲੋ ਮੱਲੀ ਉਸਦੇ ਪਰਸ ਵਿੱਚ ਪਾ ਦਿੱਤਾ। ਇੱਕ ਦਿਨ ਰਵੀ ਕਾਲਜ ਵਿੱਚ ਆਪਣੇ ਪੀਰੀਅਡ ਪੜ੍ਹਾ ਕੇ ਵਿਹਲਾ ਹੋਇਆ ਤਾਂ ਪ੍ਰੋਫੈਸਰ ਉੱਪਲ ਨੇ ਉਸਨੂੰ ਕੁਝ ਸਮਾਂ ਰੁਕਣ ਦਾ ਸੁਨੇਹਾ ਭੇਜਿਆ। ਰਵੀ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਗਏ ਪ੍ਰੋਫੈਸਰ ਉੱਪਲ ਦੀ ਉਡੀਕ ਕਰ ਰਿਹਾ ਸੀ। ਉਹ ਉਸਦੀ ਗੱਲ ਸੁਣ ਕੇ ਆਪਣੇ ਖਰੜੇ ਦੀ ਸਿਧਾਂਤਕੀ ਵਾਲੇ ਚੈਪਟਰ ਵਿੱਚ ਪ੍ਰੋਫੈਸਰ ਕਾਹਲੋਂ ਦੇ ਸੁਝਾਵਾਂ ਅਨੁਸਾਰ ਸੋਧ ਕਰਨੀ ਚਾਹੁੰਦਾ ਸੀ। ਉਸਨੇ ਕਿਹਾ ਸੀ ਕਿ ਆਜ਼ਾਦ ਭਾਰਤ ਵਿੱਚ ਅੰਗਰੇਜ਼ਾਂ ਦੁਆਰਾ ਦੇਸ਼ ਨੂੰ ਕੱਚੇ ਮਾਲ ਦੀ ਮੰਡੀ ਬਣਾ ਕੇ ਰੱਖਣ ਦੀਆਂ ਨੀਤੀਆਂ ਨੂੰ ਹੀ ਜਾਰੀ ਰੱਖਿਆ ਗਿਆ ਹੈ। ਇੱਥੇ ਕੁਝ ਵੀ ਅਚਨਚੇਤ ਨਹੀਂ ਵਾਪਰ ਰਿਹਾ। ਅਤਿਵਾਦੀ ਲਹਿਰ ਨੂੰ ਹਰੀ ਕ੍ਰਾਂਤੀ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਆਤਮ ਹੱਤਿਆਵਾਂ ਦੇ ਮਸਲੇ ਨੂੰ ਖੇਤੀ ਖੇਤਰ ਵਿੱਚ ਕਾਰਪੋਰੇਟ ਪੂੰਜੀ ਦੇ ਦਖਲ ਨਾਲੋਂ ਤੋੜ ਕੇ। ਨਸ਼ਿਆਂ ਦਾ ਵਹਿਣ ਵੀ ਇਸੇ ਦਾ ਸਿੱਟਾ ਹੈ। ਅੱਤਵਾਦ ਇਸੇ ਵਿਕਾਸ ਮਾਡਲ ਦੀ ਹਿੰਸਕ ਪ੍ਰਤੀਕਿਰਿਆ ਸੀ ਅਤੇ ਅੱਤਵਾਦ ਜਾਂ ਨਸ਼ਿਆਂ ਦਾ ਰੁਝਾਨ ਇਸਦੀ ਨਿਰਾਸ਼ ਪ੍ਰਤੀਕਿਰਿਆ। ਰਵੀ ਦਾ ਮਨ ਘਰ ਜਾਣ ਲਈ ਕਾਹਲਾ ਪੈ ਰਿਹਾ ਸੀ। ਐਨੇ ਨੂੰ ਉਸ ਕੋਲ ਐਡਹਕ ਲੈਕਚਰਾਰ ਰਜਨੀ ਬਾਲਾ ਆ ਗਈ। ਰਜਨੀ ਬਾਲਾ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਪ੍ਰੋਫੈਸਰ ਉੱਪਲ ਦੇ ਸੁਨੇਹੇ ਕਰਕੇ ਰੁਕਿਆ ਹੈ। ਰਜਨੀ ਬਾਲਾ ਨੇ ਉਸਨੂੰ ਦੱਸਿਆ ਕਿ ਉਸਨੂੰ ਜੈਸਮੀਨ ਤੋਂ ਪਤਾ ਲੱਗਾ ਕਿ ਮਾਲਤੀ ਕੈਨੇਡਾ ਤੋਂ ਆਏ ਇੱਕ ਮੁੰਡੇ ਨਾਲ ਵਿਆਹ ਕਰਾ ਰਹੀ ਹੈ। ਇਹ ਗੱਲ ਕਹਿੰਦੀ ਹੋਈ ਰਜਨੀ ਉਸਦੇ ਚਿਹਰੇ ਦੇ ਹਾਵ ਭਾਵ ਜਾਂਚ ਰਹੀ ਸੀ ਕਿ ਕੀ ਉਸਨੂੰ ਇਸ ਗੱਲ ਦਾ ਪਤਾ ਹੈ ਜਾਂ ਨਹੀਂ। ਰਵੀ ਨੂੰ ਇਸ ਗੱਲ ਦਾ ਝਟਕਾ ਤਾਂ ਲੱਗਾ, ਪਰ ਆਪਣੇ ਆਪ ਨੂੰ ਮਖੌਲ ਦਾ ਪਾਤਰ ਬਣਨ ਤੋਂ ਬਚਣ ਲਈ ਉਸਨੇ ਰਜਨੀ ਬਾਲਾ ਨੂੰ ਕਹਿ ਦਿੱਤਾ ਕਿ ਉਸਨੂੰ ਇਸ ਗੱਲ ਦਾ ਪਤਾ ਹੈ। ਰਜਨੀ ਬਾਲਾ ਨੇ ਦੱਸਿਆ ਕਿ ਬੀਤੇ ਦਿਨ ਅਵਿਨਾਸ਼ ਵੀ ਮਾਲਤੀ ਦੇ ਨਾਲ ਕਾਲਜ ਆਇਆ ਸੀ ਤੇ ਉਹ ਪ੍ਰਿੰਸੀਪਲ ਨੂੰ ਲੈਪਟਾਪ ਤੇ ਪ੍ਰੋਫੈਸਰ ਉੱਪਲ ਨੂੰ ਮੋਬਾਈਲ ਦੇ ਕੇ ਗਏ ਸਨ ਤੇ ਇਸ ਤਰ੍ਹਾਂ ਮਾਲਤੀ ਨੇ 3 ਮਹੀਨਿਆਂ ਦੀ ਛੁੱਟੀ ਲੈ ਲਈ ਹੈ। ਉਸਨੇ ਇਹ ਵੀ ਦੱਸਿਆ ਕਿ ਪ੍ਰੋਫੈਸਰ ਉੱਪਲ ਨੇ ਉਸਨੂੰ ਉਸਦਾ ਕੋਈ ਪੀਰੀਅਡ ਉਸਨੂੰ ਦੇਣ ਸੰਬੰਧੀ ਦੱਸਣ ਲਈ ਹੀ ਉਸਨੂੰ ਰੋਕਿਆ ਹੈ। ਜਦੋਂ ਤੱਕ ਰਵੀ ਨੂੰ ਮਾਲਤੀ ਦੇ ਵਿਆਹ ਦੀ ਖਬਰ ਨਹੀਂ ਸੀ ਮਿਲੀ, ਉਹ ਆਪਣੀ ਕਿਤਾਬ ਨੂੰ ਅੰਤਿਮ ਛੋਹਾਂ ਦੇਣ ਦਾ ਕੰਮ ਬੜੀ ਤੇਜ਼ੀ ਨਾਲ ਕਰ ਰਿਹਾ ਸੀ। ਪਰ ਰਜਨੀ ਬਾਲਾ ਨਾਲ ਗੱਲਾਂ ਕਰਨ ਮਗਰੋਂ ਉਹ ਇੱਕ ਤਰ੍ਹਾਂ ਨਾਲ ਟੁੱਟ ਹੀ ਗਿਆ। ਉਸਨੂੰ ਮਾਲਤੀ ਦੁਆਰਾ ਇੰਨਾ ਕੁਝ ਚੋਰੀ ਕਰਨ ਦਾ ਦੁੱਖ ਸੀ। ਫਿਰ ਇੱਕ ਦਿਨ ਮਾਲਤੀ ਅਵਿਨਾਸ਼ ਨੂੰ ਨਾਲ ਲੈ ਕੇ ਪ੍ਰਿੰਸੀਪਲ ਪ੍ਰੋਫੈਸਰ ਉੱਪਲ ਤੇ ਕੁਝ ਹੋਰ ਕੁਲੀਗਾਂ ਨੂੰ ਕਾਰਡ ਦੇਣ ਆਈ ਤੇ ਅਵਿਨਾਸ਼ ਦੀ ਰਵੀ ਨਾਲ ਜਾਣ ਪਛਾਣ ਕਰਾ ਗਈ। ਇਸ ਪਿੱਛੋਂ ਉਹ ਹੋ ਟੁੱਟ ਗਿਆ। ਉਹ ਵਿਆਹ ਸਮਾਗਮ 'ਤੇ ਨਾ ਗਿਆ ਅਤੇ ਗੌਰਵ ਤੇ ਸ਼ਿਵ ਨਾਲ ਅਹਾਤੇ ਵਿੱਚ ਬੈਠਾ ਪੀਂਦਾ ਰਿਹਾ। ਰਵੀ ਨੂੰ ਜਾਪਦਾ ਸੀ ਕਿ ਮਾਲਤੀ ਨਾਲ ਉਸਦਾ ਵਿਆਹ ਨਾ ਹੋਣਾ ਚੰਗੀ ਗੱਲ ਸੀ, ਨਹੀਂ ਤਾਂ ਉਹਨਾਂ ਵਿਚਕਾਰ ਸਦਾ ਖਿੱਚੋਤਾਣ ਰਹਿਣੀ ਸੀ। ਉਹਨਾਂ ਵਿਚਕਾਰ ਆਪੋ ਆਪਣੀਆਂ ਰੁਚੀਆਂ ਕਰਕੇ ਤਣਾਅ ਰਹਿੰਦਾ ਸੀ, ਜੋ ਕਾਰਪੋਰੇਟਰੀ ਪੂੰਜੀ ਦੇ ਯੁੱਗ ਵਿੱਚ ਸ਼ਾਇਦ ਰਿਸ਼ਤਿਆਂ ਦੀ ਹੋਣੀ ਹੈ, ਜੋ ਕਿ ਹਰ ਸੰਬੰਧ ਤੇ ਹਰ ਖੁਸ਼ੀ ਨੂੰ ਪੂੰਜੀ ਵਿੱਚ ਵਟਾ ਕੇ ਦੇਖਦੀ ਹੈ। ਉਹ ਸੋਚਦਾ ਸੀ ਕਿ ਸੰਬੰਧਾਂ ਵਿੱਚ ਸੁਹਿਰਦਤਾ ਹੋਣੀ ਚਾਹੀਦੀ ਹੈ। ਜੇਕਰ ਦੇਹ ਤੁਹਾਡੀ ਆਪਣੀ ਹੈ ਤੇ ਤੁਸੀਂ ਉਸ ਦਾ ਸੁੱਖ ਮਾਣਨ ਲਈ ਆਜ਼ਾਦ ਹੋ, ਤਾਂ ਇਹ ਮੁਕਤ ਚਿੰਤਨ ਜ਼ਿੰਦਗੀ ਵਿੱਚੋਂ ਝਲਕਣਾ ਚਾਹੀਦਾ ਹੈ, ਜਿਹੜਾ ਕਿ ਸਮਾਜਿਕ ਸਰੋਕਾਰਾਂ ਨਾਲ
ਜੁੜ ਕੇ ਦੇਹ ਨੂੰ ਮਰਦ ਤਾਬੇ ਤੋਂ ਮੁਕਤ ਕਰਦਾ ਹੋਵੇ। ਪਰ ਇਹ ਠੀਕ ਨਹੀਂ ਕਿ ਦੇਹ ਸੰਬੰਧ ਮਾਨਣ ਲਈ ਆਜ਼ਾਦੀ ਚਾਹੀਦੀ ਹੈ, ਪਰ ਬਾਕੀ ਜ਼ਿੰਦਗੀ ਉਸੇ ਪੁਰਾਣੀ ਲੀਹ ਉੱਤੇ। 4 ਦਿਨ ਪਹਿਲਾਂ ਉਸਨੂੰ ਮਾਲਤੀ ਦਾ ਸ਼੍ਰੀਨਗਰ ਤੋਂ ਫੋਨ ਆਇਆ ਸੀ, ਜਿਸ ਵਿੱਚ ਉਸਨੇ ਉੱਥੋਂ ਤੱਕ ਟੈਕਸੀ ਤੇ ਫਿਰ ਹਵਾਈ ਜਹਾਜ਼ ਰਾਹੀਂ ਸਫ਼ਰ ਦਾ ਜ਼ਿਕਰ ਕਰਕੇ ਆਪਣੇ ਸੁੱਖ ਸਹੂਲਤਾਂ ਭਰਪੂਰ ਨਵੇਂ ਜੀਵਨ ਦਾ ਪ੍ਰਭਾਵ ਪਾਉਂਦਿਆਂ ਆਪਣੇ ਪਤੀ ਬਾਰੇ ਕਿਹਾ ਸੀ ਕਿ ਉਹ ਪਿਛਲੇ 2.5 ਘੰਟਿਆਂ ਤੋਂ ਲੈਪਟਾਪ ਨਾਲ ਜੁੜਿਆ ਬੈਠਾ ਹੈ ਤੇ ਉਹ ਹਾਊਸ ਬੋਟ ਤੋਂ ਬਾਹਰ ਬੈਠੀ ਕਾਫੀ ਪੀਂਦੀ ਹੋਈ ਡੱਲ ਝੀਲ ਦਾ ਨਜ਼ਾਰਾ ਦੇਖ ਰਹੀ ਹੈ। ਰਵੀ ਨੇ ਉਸਨੂੰ ਵਧਾਈ ਦਿੱਤੀ ਤੇ ਕੁਝ ਗੱਲਾਂ ਕਰਨ ਮਗਰੋਂ ਫੋਨ ਕੱਟ ਦਿੱਤਾ। ਉਸਨੂੰ ਦੁੱਖ ਸੀ ਕਿ ਮਾਲਤੀ ਨੇ ਇੱਕ ਵਾਰੀ ਮਾੜਾ ਮੋਟਾ ਸੌਰੀ ਵੀ ਨਹੀਂ ਕਿਹਾ। ਨਾਲ ਹੀ ਉਸਨੂੰ ਉਸਦੀਆਂ ਗੱਲਾਂ ਤੋਂ ਉਸਦੇ ਪਤੀ ਨਾਲ ਤਰੇੜਾਂ ਪਈਆਂ ਜਾਪੀਆਂ ਤੇ ਉਹ ਮਗਰੋਂ ਵੀ ਉਸਦਾ ਫੋਨ ਉਡੀਕਦਾ ਰਿਹਾ, ਪਰ ਉਹ ਨਾ ਆਇਆ। ਸਰਬਜੀਤ ਤੇ ਗੌਰਵ ਚਾਹੁੰਦੇ ਸਨ ਕਿ ਰਵੀ ਦੀ ਕਿਤਾਬ ਗਦਰੀ ਮੇਲੇ ਉੱਤੇ ਰਿਲੀਜ਼ ਹੋ ਜਾਵੇ, ਜਿੱਥੇ ਕਿ ਵੱਡਾ ਪੁਸਤਕ ਮੇਲਾ ਲੱਗਦਾ ਹੈ ਤੇ ਕਿਤਾਬਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਪਰ ਰਵੀ ਕਹਿੰਦਾ ਸੀ ਕਿ ਉਸਨੂੰ ਸੁਝਦਾ ਨਹੀਂ ਕਿ ਉਹ ਕੀ ਕਰੇ, ਜਿਸ ਕਰਕੇ ਉਹਨਾਂ ਵਿਚਕਾਰ ਬਹਿਸ ਵੀ ਹੁੰਦੀ ਹੈ। ਪਰ ਰਵੀ ਦੇ ਅੰਦਰ ਕੋਈ ਅਜਿਹੀ ਚਿਣਗ ਨਾ ਮੱਚੀ ਜਿਹੜੀ ਉਸਨੂੰ ਉਤਸ਼ਾਹ ਨਾਲ ਭਰ ਕੇ ਕੰਮ ਵੱਲ ਤੋਰਦੀ। ਅੰਤ ਇੱਕ ਦਿਨ ਉਹ ਸਾਰੇ ਦੋਸਤ ਅਹਾਤੇ ਵਿੱਚ ਬੈਠੇ ਲੰਮਾ ਸਮਾਂ ਮਾਲਤੀ ਸਮੇਤ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ। ਜਦੋਂ ਉਹ ਬਿੱਲ ਦੇ ਕੇ ਤੁਰਨ ਲੱਗੇ ਤਾਂ ਕਾਊਂਟਰ ਉੱਤੇ ਬੈਠੇ ਮਾਲਕ ਨੇ ਭਾਂਡੇ ਧੋ ਰਹੇ 14-15 ਸਾਲਾਂ ਦੇ ਮੁੰਡੇ ਨੂੰ ਭਾਂਡੇ ਚੰਗੀ ਤਰ੍ਹਾਂ ਨਾ ਧੋਂਦਾ ਦੇਖ ਕੇ ਬੁਰੀ ਤਰ੍ਹਾਂ ਕੁੱਟ ਦਿੱਤਾ ਤੇ ਉਹ ਡਾਢਾ ਮਾਰਨ ਲੱਗ ਪਿਆ। ਸਰਬਜੀਤ ਦੇ ਪੁੱਛਣ 'ਤੇ ਉਸਨੇ ਦੱਸਿਆ ਕਿ ਉਹ ਭਾਂਡੇ ਚੰਗੀ ਤਰ੍ਹਾਂ ਨਹੀਂ ਧੋਂਦਾ। ਗੰਦੀ ਪਲੇਟ ਦੇਖ ਕੇ ਗਾਹਕ ਕੀ ਕਹੇਗਾ, ਜੋ ਉਹਨਾਂ ਲਈ ਰੱਬ ਹੈ। ਉਹ ਗਾਲਾਂ ਕੱਢਦਿਆਂ ਕਹਿ ਰਿਹਾ ਸੀ ਕਿ ਇਸ ਢੀਠ ਦੇ ਇੱਕ ਨਹੀਂ ਲੱਗਦੀ। ਇਹ ਦੇਖ ਕੇ ਰਵੀ ਦੇ ਮਨ ਨੂੰ ਇੱਕ ਝਟਕਾ ਲੱਗਾ ਤਾਂ ਉਹ ਸੋਚਣ ਲੱਗਾ ਕਿ ਇਹ ਪ੍ਰਬੰਧ ਕਿੰਨਾ ਘਿਨਾਉਣਾ ਹੈ। ਇਸ ਨੂੰ ਬਦਲੇ ਬਿਨਾਂ ਜ਼ਿੰਦਗੀ ਖੂਬਸੂਰਤ ਨਹੀਂ ਹੋ ਸਕਦੀ। ਉਸਦੇ ਦਿਮਾਗ ਵਿੱਚ ਉਹ ਬੇਵਸ ਤੇ ਦੁਖਾਂਤਕ ਚਿਹਰੇ ਸ਼ਿੱਦਤ ਨਾਲ ਉੱਭਰ ਆਏ ਜੋ ਉਸ ਮੁੰਡੇ ਨਾਲ ਰਲਦੇ ਮਿਲਦੇ ਸਨ, ਜਿਨ੍ਹਾਂ ਨੂੰ ਉਹ ਕਿਸਾਨ ਘਰਾਂ ਦੇ ਸਰਵੇ ਦੌਰਾਨ ਮਿਲਿਆ ਸੀ, ਜਿਨ੍ਹਾਂ ਦੇ ਪਰਿਵਾਰਾਂ ਦੇ ਸੁਪਨੇ ਤਿੜਕ ਗਏ ਸਨ ਤੇ ਜਿਨ੍ਹਾਂ ਦੇ ਬੱਚੇ ਢਿੱਡ ਨੂੰ ਝੁਲਕਾ ਦੇਣ ਲਈ ਨਿੱਕੀਆਂ-ਨਿੱਕੀਆਂ ਨੌਕਰੀਆਂ ਕਰ ਰਹੇ ਸਨ। ਉਸਨੇ ਸੋਚਿਆ ਕਿ ਜੇਕਰ ਇਹਨਾਂ ਲੁਟੇਰਿਆਂ ਬਾਰੇ ਨਾ ਲਿਖਿਆ ਤਾਂ ਉਹ ਲੁਟੇਰਿਆਂ ਦੇ ਹੱਕ ਵਿੱਚ ਭੁਗਤ ਰਿਹਾ ਹੋਵੇਗਾ। ਉਹ ਇਹਨਾਂ ਦੇ ਦਰਦ ਨੂੰ ਲਿਖੇਗਾ। ਮਾਲਤੀ ਉਸਦੇ ਸਫ਼ਰ ਦੀ ਸਾਥਣ ਨਹੀਂ ਸੀ ਜੋ ਆਪਣੇ ਸਹੀ ਥਾਂ ਚਲੀ ਗਈ ਹੈ। ਫਿਰ ਉਹ ਰਾਤ 2 ਵਜੇ ਆਪਣੀ ਕਿਤਾਬ ਦੇ ਖਰੜੇ ਨੂੰ ਅੰਤਿਮ ਛੋਹਾਂ ਦੇਣ ਵਿੱਚ ਰੁੱਝ ਗਿਆ। ਉਸਨੇ ਫੈਸਲਾ ਕੀਤਾ ਕਿ ਕਿਤਾਬ ਗਦਰੀ